ਹੈਲੋ एवरीवन, दिस इज़ द यूट्यूब चैनल सिमरन एडूकॉम। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਚੈਨਲ ਦੇ ਉੱਪਰ। ਤਾਂ ਜਿਵੇਂ ਆਪਾਂ ਨੂੰ ਪਤਾ ਕਿ ਆਪਾਂ ਪੀਟੈਟ ਦੇ ਨਾਲ ਸੰਬੰਧਿਤ ਜਿਹੜੇ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਇਸ ਚੈਨਲ ਦੇ ਉੱਪਰ ਡਿਸਕਸ ਕਰਦੇ ਹੁੰਦੇ ਆ। ਹੁਣ ਤੱਕ ਆਪਾਂ ਲਗਭਗ ਕਾਫੀ ਕੁਐਸਚਨ ਪੇਪਰ ਜਿਹੜੇ ਆ ਉਹਦਾ ਚਾਈਲਡ ਡਿਵੈਲਪਮੈਂਟ ਤੇ ਪੈਡਾਗੋਗੀ ਵਾਲਾ ਹਿੱਸਾ ਜਿਹੜਾ ਇਸ ਚੈਨਲ ਦੇ ਉੱਪਰ ਅਲੱਗ-ਅਲੱਗ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਹੈ। ਤਾਂ ਤੁਸੀਂ ਅਗਰ ਉਹ ਵਾਲੇ ਪੇਪਰ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਦੇ ਵਿੱਚ ਜਿਹੜੀਆਂ ਵੀਡੀਓਜ਼ ਆਲਰੇਡੀ ਅਪਲੋਡਿੰਗ ਹੋਈਆਂ ਉਹਨਾਂ ਨੂੰ ਦੇਖ ਸਕਦੇ ਹੋ। ਅਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਪੇਪਰ 2 2011 ਦਾ ਸੈਕਸ਼ਨ ਏ ਜਿਹੜਾ ਹੈਗਾ ਚਾਈਲਡ ਡਿਵੈਲਪਮੈਂਟ ਅਤੇ ਪੈਡਾਗੋਗੀ ਦਾ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਤਾਂ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਤਾਂ ਪਹਿਲਾ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ। ਪਹਿਲਾ ਕੁਐਸਚਨ ਕੀ ਹੈ? ਆ ਡਿਵੈਲਪਮੈਂਟ ਪਰਸਪੈਕਟਿਵ ਇਨਵੋਲਵ ਦਾ ਕੰਸਰਨ ਵਿਦ ਚੇਂਜ ਅਕਰਿੰਗ ਓਵਰ ਦਾ ਟਾਈਮ। ਕਹਿੰਦਾ ਕਿ ਡਿਵੈਲਪਮੈਂਟ ਦੇ ਪੁਆਇੰਟ ਆਫ ਵਿਊ ਤੋਂ ਜਦੋਂ ਜਿਹਨੂੰ ਆਪਾਂ ਡਿਵੈਲਪਮੈਂਟ ਗਰੋਥ ਅਤੇ ਡਿਵੈਲਪਮੈਂਟ ਹੁੰਦੀ ਹੈ, ਡਿਵੈਲਪਮੈਂਟ ਦੇ ਪੁਆਇੰਟ ਆਫ ਵਿਊ ਦੇ ਉੱਪਰ ਦੇ ਹਿਸਾਬ ਦੇ ਨਾਲ ਜਿਹੜੀ ਟਾਈਮ ਦੇ ਵਿੱਚ ਜਿਹੜੀਆਂ ਹੁੰਦੀਆਂ ਡਿਵੈਲਪਮੈਂਟ ਦੀਆਂ, ਜਿਵੇਂ ਫਾਰਮ, ਰੇਟ ਅਤੇ ਸੀਕੁਐਂਸ। ਡਿਵੈਲਪਮੈਂਟ ਦੀ ਫਾਰਮ, ਡਿਵੈਲਪਮੈਂਟ ਦੀ ਰੇਟ ਅਤੇ ਡਿਵੈਲਪਮੈਂਟ ਦਾ ਸੀਕੁਐਂਸ ਆ ਜਿਹੜਾ, ਇਹ ਸਾਰੇ ਦੇ ਸਾਰੇ ਸਮੇਂ ਦੇ ਨਾਲ ਦੇ ਪਰਿਵਰਤਿਤ ਸਾਰੇ ਸੰਬੰਧਿਤ ਹੁੰਦੇ ਆ। ਉਹਨੇ ਪੁੱਛਿਆ ਸੀ ਕਿ ਕਿਹੜੇ ਸਮੇਂ ਦੇ ਨਾਲ ਪਰਿਵਰਤਨ ਹੁੰਦਾ ਇਹਨਾਂ ਦੇ ਵਿੱਚੋਂ। ਤਾਂ ਸਾਰਿਆਂ ਦੇ ਡਿਵੈਲਪਮੈਂਟ ਦੀ ਫਾਰਮ ਵੀ ਚੇਂਜ ਹੁੰਦੀ ਰਹਿੰਦੀ ਆ, ਡਿਵੈਲਪਮੈਂਟ ਦੀ ਰੇਟ ਵੀ ਚੇਂਜ ਹੁੰਦੀ ਰਹਿੰਦੀ ਹੈ, ਕਿਸੇ ਟਾਈਮ ਡਿਵੈਲਪਮੈਂਟ ਜ਼ਿਆਦਾ ਹੁੰਦੀ, ਕਿਸੇ ਟਾਈਮ ਘੱਟ ਹੁੰਦੀ, ਉਹਦਾ ਸੀਕੁਐਂਸ, ਉਹਦੀ ਕਰਮ ਸੰਖਿਆ ਵੀ ਜਿਹੜੀ ਹੁੰਦੀ ਹੈ ਉਹ ਵੀ ਚੇਂਜ ਹੁੰਦੀ ਰਹਿੰਦੀ ਹੈ। ਅਸਲ ਦੇ ਵਿੱਚ ਡਿਵੈਲਪਮੈਂਟ ਹੁੰਦਾ ਕਿ ਇੱਕ ਕੰਪਲੈਕਸ ਪ੍ਰੋਸੀਜਰ ਆ, ਕੰਪਰੀਹੈਂਸਿਵ ਟਰਮ ਆਪਾਂ ਡਿਵੈਲਪਮੈਂਟ ਦੇ ਵਿੱਚ ਲੈਣੇ ਹੁੰਦੇ ਆ। ਡਿਵੈਲਪਮੈਂਟ ਕੀ ਓਵਰਆਲ ਚੇਂਜ ਜਿਹਦੇ ਨਾਲ ਸਟਰਕਚਰ ਅਤੇ ਨਾਲ ਦੀ ਨਾਲ ਫੰਕਸ਼ਨਲ ਚੇਂਜਸ ਵੀ ਆਉਂਦੀਆਂ। ਤਾਂ ਇਹ ਸਾਰੇ ਦਾ ਸਾਰਾ ਜਿਹੜਾ ਇਸ ਕੁਐਸਚਨ ਦਾ ਆਨਸਰ ਹੋਊਗਾ ਡੀ, ਆਲ ਆਫ ਦੀਜ਼। ਉਹਦੀ ਡਿਵੈਲਪਮੈਂਟ ਦੀ ਫਾਰਮ, ਰੇਟ ਅਤੇ ਸੀਕੁਐਂਸ। ਨੈਕਸਟ ਕੁਐਸਚਨ ਆ ਕੁਐਸਚਨ ਨੰਬਰ 2। The thinking process involved in producing an idea or concept that is new, original and useful in is termed as। ਤਾਂ ਉਹ ਥਿੰਕਿੰਗ ਦਾ ਪ੍ਰੋਸੈਸ ਜਿਹਦੇ ਵਿੱਚ ਕੋਈ ਨਵੇਂ ਆਈਡੀਆ ਪੈਦਾ ਹੁੰਦੇ ਆ, ਨਵੇਂ ਹੁੰਦੇ ਆ, ਓਰੀਜਨਲ ਹੁੰਦੇ ਅਤੇ ਯੂਜ਼ਫੁਲ ਹੁੰਦੇ ਆ, ਤਾਂ ਉਹਨੂੰ ਕੀ ਬੋਲਦੇ ਆਪਾਂ? ਕ੍ਰੀਏਟਿਵਿਟੀ। ਇਹ ਅਸਲ ਦੇ ਵਿੱਚ ਕ੍ਰੀਏਟਿਵਿਟੀ ਦੀ ਇੱਕ ਡੈਫੀਨੇਸ਼ਨ ਹੀ ਆ, ਰਚਨਾਤਮਕ ਜਿਹਨੂੰ ਆਪਾਂ ਬੋਲਦੇ ਹਾਂ। ਰਚਨਾਤਮਕ ਦੀ ਡੈਫੀਨੇਸ਼ਨ ਹੀ ਹੈਗੀ ਹੈ। ਅੱਗੇ ਵੀ ਕਈ ਵਾਰ ਕੁਐਸਚਨ ਪੇਪਰ ਦੇ ਵਿੱਚ ਇਹ ਐਜ਼ ਇਟ ਇਜ਼ ਹੀ ਪੁੱਛੀ ਗਈ। ਇਹਨੂੰ ਇੰਪੋਰਟੈਂਟ ਕੁਐਸਚਨ ਲਿਖ ਸਕਦੇ ਹੋ ਤੁਸੀਂ ਕੁਐਸਚਨ ਨੰਬਰ 2 ਨੂੰ। ਕੁਐਸਚਨ ਨੰਬਰ 3 ਕੀ ਆ? ਦਾ ਟਰਾਂਸਮਿਸ਼ਨ ਟ੍ਰੇਟਸ ਫਰੋਮ ਪੇਰੈਂਟਸ ਟੂ ਆਫਸਪ੍ਰਿੰਗ ਇਜ਼ ਕਾਲਡ। ਜਿਹੜੀ ਆਪਾਂ ਟ੍ਰੇਟਸ ਹੁੰਦੇ ਆ, ਟ੍ਰੇਟਸ ਨੂੰ ਆਪਾਂ ਕੀ ਬੋਲਦੇ? ਗੁਣਾਂ ਦਾ ਸੰਚਾਰ ਹੁੰਦਾ ਆ ਪੇਰੈਂਟਸ ਤੋਂ ਉਹਨਾਂ ਦੇ ਬੱਚਿਆਂ ਤੱਕ, ਉਹਨੂੰ ਆਪਾਂ ਕੀ ਬੋਲਦੇ ਆ? ਐਨਵਾਇਰਮੈਂਟ ਬੋਲਾਂਗੇ, ਜੀਨ, ਹੈਰੀਡਿਟੀ ਜਾਂ ਹੋਮਿਓਸਟੇਸਿਸ। ਅਸਲ ਦੇ ਵਿੱਚ ਇਹਦੇ ਵਿੱਚ ਆਨਸਰ ਜਿਹੜਾ ਆਪਾਂ ਨੂੰ ਪਤਾ ਕਿ ਬੀ ਜਾਂ ਸੀ ਦੇ ਵਿੱਚੋਂ ਜੀਨ ਜਿਹੜਾ ਹੈਗਾ, ਜੀਨ ਇੱਕ ਬੇਸਿਕ ਯੂਨਿਟ ਹੁੰਦਾ ਕਿਸੇ ਗੁਣ ਨੂੰ ਅੱਗੇ ਲਿਜਾਣ ਦੇ ਵਾਸਤੇ। ਬਟ ਜਿਹੜੇ ਗੁਣ ਦੀ ਟਰਾਂਸਮਿਸ਼ਨਸ ਹੁੰਦੀਆਂ ਉਹਨੂੰ ਆਪਾਂ ਕੀ ਬੋਲਦੇ ਹਾਂ? ਹੈਰੀਡਿਟੀ ਬੋਲਾਂਗੇ। ਅਤੇ ਇਹਦੀ ਆਪਸ਼ਨ ਸੀ ਆਏਗੀ। ਜੀਨ ਅਤੇ ਹੈਰੀਡਿਟੀ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਜਿਹੜੀ ਹੈਰੀਡਿਟੀ ਹੈ, ਜਿਹੜੀ ਜੀਨ ਆ, ਉਹ ਇੱਕ ਬੇਸਿਕ ਯੂਨਿਟ ਹੈ, ਠੀਕ ਹੈ। ਤਾਂ ਆਪਣੇ ਕੋਲ ਇਹਦਾ ਆਨਸਰ ਕੀ ਆਏਗਾ? ਸੀ ਕੁਐਸਚਨ, ਸੀ ਆਪਸ਼ਨ ਆਏਗੀ। ਕੁਐਸਚਨ ਨੰਬਰ 4 ਕੀ ਹੈ? ਵਿਚ ਆਫ ਦਾ ਫੋਲੋਇੰਗ ਥਿਊਰੀਜ਼ ਆਈਡੈਂਟੀਫਾਈਜ਼ 4 ਸਟੇਜ ਟੂ ਚਾਈਲਡਸ ਇੰਟੈਲੈਕਚੁਅਲ ਡਿਵੈਲਪਮੈਂਟ। ਜਦੋਂ ਚਾਈਲਡ ਦੀ ਆਪਣਾ ਇੰਟੈਲੈਕਚੁਅਲ ਡਿਵੈਲਪਮੈਂਟ ਹੁੰਦੀ ਹੈ ਤਾਂ 4 ਸਟੇਜਸ, ਸੈਂਸਰੀ ਮੋਟਰ ਹੋ ਗਿਆ, ਪ੍ਰੀ ਆਪਰੇਸ਼ਨਲ ਹੋ ਗਿਆ, ਕੰਕਰੀਟ ਹੋ ਗਿਆ ਅਤੇ ਆਪਰੇਸ਼ਨਲ ਐਂਡ ਫਾਰਮਲ ਆਪਰੇਸ਼ਨਲ। ਇਹ ਜਿਹੜੀਆਂ 4 ਸਟੇਜਸ ਕਿਹਨੇ ਦਿੱਤੀਆਂ ਸੀ, ਕਿਹੜੀ ਥਿਊਰੀ ਦੀਆਂ? ਤਾਂ ਆਪਣੇ ਕੋਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਕੋਲ ਆ ਗਈਆਂ। ਪਹਿਲੇ ਨੰਬਰ 'ਤੇ ਹੈਗੀ ਰਿਕਸਨ ਥਿਊਰੀ ਆਫ ਸਾਈਕੋ ਸੋਸ਼ਲ ਡਿਵੈਲਪਮੈਂਟ। ਦੂਜੀ ਹੈਗੀ ਹੈ ਬੀ ਫਰੂਡੇਜ਼ ਥਿਊਰੀ ਆਫ ਸਾਈਕੋ ਸੈਕਸ਼ੂਅਲ ਡਿਵੈਲਪਮੈਂਟ। ਥਰਡ ਹੈਗੀ ਜੀਨ ਪਿਆਗੇਜ ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ। ਔਰ ਫੋਰਥ ਡੀ ਹੈਗੀ ਹੈ ਕੋਲਬਰਗਸ ਥਿਊਰੀ ਆਫ ਮੋਰਲ ਡਿਵੈਲਪਮੈਂਟ। ਤਾਂ ਇਹ ਸਾਰੀਆਂ ਥਿਊਰੀਆਂ ਹੀ ਇੰਪੋਰਟੈਂਟ ਆ। ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਤੁਹਾਨੂੰ ਸਾਰੀਆਂ ਥਿਊਰੀਜ਼ ਦੀ ਡਿਟੇਲ ਬਿਲਕੁਲ ਚੰਗੀ ਤਰ੍ਹਾਂ ਆਉਂਦੀ ਹੋਣੀ ਚਾਹੀਦੀ ਅਗਰ ਤੁਸੀਂ ਟੈਟ ਦੇ ਪੇਪਰ ਦੇ ਵਿੱਚ ਕੌਨਫੀਡੈਂਸ ਨਾਲ ਜਾ ਕੇ ਬੈਠਣਾ। ਇਹਦੇ ਵਿੱਚ ਕੀ ਹੈ, ਬਹੁਤ ਥੋੜ੍ਹਾ ਫਰਕ ਹੁੰਦਾ। ਜਿਵੇਂ ਸਾਈਕੋ ਸੋਸ਼ਲ ਅਤੇ ਸਾਈਕੋ ਸੈਕਸ਼ੂਅਲ ਦੇ ਵਿੱਚ ਜ਼ਿਆਦਾ ਫਰਕ ਨਹੀਂ ਲੱਗਦਾ ਦੇਖਣ ਦੇ ਵਿੱਚ। ਟਰਮਾਂ ਆਪਾਂ ਇੱਕੋ ਟਰਮ ਨਹੀਂ ਪੜ੍ਹ ਜਾਂਦੇ, ਇਸ ਕਰਕੇ ਕਨਫਿਊਜ਼ ਬਹੁਤ ਵਾਰੀ ਹੁੰਦੇ ਆ। ਜਿਹੜਾ ਇਹ ਕੁਐਸਚਨ ਇਹ ਆਪਾਂ ਨੂੰ ਪਤਾ ਹੀ ਹੈ ਕਿ ਇਹ ਜੀਨ ਪੈਗੇ ਦੀਆਂ ਦਿੱਤੀਆਂ ਹੋਈਆਂ ਆਪਣੇ ਕੋਲ 4 ਸਟੇਜਾਂ ਸੀਗੀਆਂ। ਸੈਂਸਰੀ ਮੋਟਰ ਬਰਥ ਤੋਂ 2 ਈਅਰਸ, ਪ੍ਰੀ ਆਪਰੇਸ਼ਨਲ ਹੁੰਦੀ ਜਿਹੜੀ 2 ਤੋਂ 7 ਸਾਲ ਤੱਕ ਹੁੰਦੀ ਹੈ, ਕੰਕਰੀਟ ਆਪਰੇਸ਼ਨਲ ਹੁੰਦੀ ਜਿਹੜੀ 7 ਤੋਂ 11 ਸਾਲ ਤੱਕ ਹੁੰਦੀ ਹੈ, ਔਰ ਫਾਰਮਲ ਆਪਰੇਸ਼ਨ ਕਿਹੜੀ ਹੁੰਦੀ ਹੈ ਜਿਹੜੀ 12 ਤੋਂ 15 ਸਾਲ ਤੱਕ। ਇਸੇ ਤਰ੍ਹਾਂ ਮੋਰਲ ਡਿਵੈਲਪਮੈਂਟ ਜਿਹੜੀ ਕੋਲਬਰਗ ਨੇ ਦਿੱਤੀ ਸੀਗੀ। ਤਾਂ ਇਸ ਚੌਥੇ ਕੁਐਸਚਨ ਦੇ ਨਾਲ ਰਿਲੇਟਡ ਇੱਕ ਕੁਐਸਚਨ ਪੇਪਰ ਦੇ ਵਿੱਚ ਪੱਕਾ ਆਉਂਦਾ ਇਹਨਾਂ ਥਿਊਰੀ ਦੇ ਵਿੱਚੋਂ। ਨੈਕਸਟ ਕੁਐਸਚਨ ਕੀ ਆਪਣੇ ਕੋਲ ਹੈਗਾ ਆ? ਕੁਐਸਚਨ ਨੰਬਰ 5th। ਕੀ ਕੁਐਸਚਨ ਹੈਗਾ ਆਪਣੇ ਕੋਲ ਇਹ? ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ benefit of integrating student central learning into the
ਕਰੀਕੁਲਮ। ਤਾਂ ਆਪਾਂ ਨੂੰ ਕੀ ਦਿੱਤਾ ਹੋਇਆ, ਥੱਲੇ 4 ਆਪਸ਼ਨਾਂ ਦਿੱਤੀਆਂ, ਇਹਦੇ ਵਿੱਚੋਂ ਕਹਿੰਦਾ ਕਿਹੜਾ ਨੋਟ ਵਰਡ ਦਿੱਤਾ। ਧਿਆਨ ਨਾਲ ਦੇਖਿਓ, ਇਹਦੇ 'ਚ ਨੋਟ ਵਰਡ ਨੂੰ ਬਹੁਤ ਧਿਆਨ ਨਾਲ ਤੁਸੀਂ ਨੋਟ ਕਰਨਾ ਆ। ਕੀ ਦਿੱਤਾ ਹੋਇਆ ਆਪਣੇ ਕੋਲ, ਜਿਹੜਾ ਸਟੂਡੈਂਟ ਸੈਂਟਰ ਲਰਨਿੰਗ ਹੈ ਨਾ, ਆਪਣੇ ਪਾਠਕ੍ਰਮ ਦੇ ਵਿੱਚ ਹੁੰਦੀ, ਕਰੀਕੁਲਮ ਦੇ ਵਿੱਚ ਹੁੰਦੀ ਆ। ਤਾਂ 4 ਆਪਸ਼ਨਾਂ ਦੇ ਵਿੱਚੋਂ ਕਿਹੜੀ ਚੀਜ਼ ਨੂੰ ਉਹ ਪ੍ਰਮੋਟ ਨਹੀਂ ਕਰਦੀ। ਠੀਕ ਹੈ, ਪਹਿਲੇ ਨੰਬਰ 'ਤੇ ਸਟਰੈਂਥਨ ਦਾ ਸਟੂਡੈਂਟ ਮੋਟੀਵੇਸ਼ਨ, ਸਟੂਡੈਂਟ ਦੀ ਜਿਹੜੀ ਮੋਟੀਵੇਸ਼ਨ ਨੂੰ ਉਹ ਸਟਰੈਂਥਨ ਕਰਦੀ ਹੈ, ਉਹਨੂੰ ਮਜ਼ਬੂਤ ਕਰਦੀ। ਬਿਲਕੁਲ ਸਹੀ ਆ, ਜਿਹੜੀ ਸਟੂਡੈਂਟ ਸੈਂਟਰ ਲਰਨਿੰਗ ਹੁੰਦੀ ਹੈ ਉਹ ਮੋਟੀਵੇਟ ਕਰਦੀ ਸਟੂਡੈਂਟ ਨੂੰ। ਦੂਜੇ ਨੰਬਰ 'ਤੇ ਕੀ ਹੈ, ਪ੍ਰਮੋਟ ਦਾ ਪੀਅਰਸ ਕਮਿਊਨੀਕੇਸ਼ਨ। ਹਾਂ, ਜਿਹੜੇ ਉਹਨਾਂ ਦੇ ਆਪਸੇ ਜਿਹੜੇ ਕਲਾਸਮੇਟ ਹੁੰਦੇ ਆ ਉਹਨਾਂ ਦੇ ਵਿੱਚ ਉਹ ਕਮਿਊਨੀਕੇਸ਼ਨ ਨੂੰ ਪ੍ਰਮੋਟ, ਆਪਸ ਵਿੱਚ ਜ਼ਿਆਦਾ ਉਹ ਇੱਕ ਦੂਜੇ ਤੋਂ ਜ਼ਿਆਦਾ ਸਿੱਖਦੇ ਆ, ਕਮਿਊਨੀਕੇਟ ਜ਼ਿਆਦਾ ਕਰਦੇ, ਇੱਕ ਦੂਜੇ ਨਾਲ ਜ਼ਿਆਦਾ ਵਿਚਾਰ ਸਾਂਝੇ ਕਰਦੇ ਆ। ਬਿਲਡਸ ਦਾ ਸਟੂਡੈਂਟ ਟੀਚਰ ਰਿਲੇਸ਼ਨਸ਼ਿਪ। ਹਾਂ, ਇਹ ਵੀ ਬਿਲਕੁਲ ਸਹੀ ਹੈ। ਤਾਂ ਲਾਸਟ ਵਾਲੀ ਆਪਸ਼ਨ ਹੈ, ਹਿੰਡਰਸ ਦਾ ਡਿਸਕਵਰੀ ਐਂਡ ਐਕਟਿਵ ਲਰਨਿੰਗ। ਐਕਟਿਵ ਲਰਨਿੰਗ ਨੂੰ ਉਹ ਪ੍ਰਮੋਟ ਕਰਦੀ ਹੈ ਸਟੂਡੈਂਟ ਸੈਂਟਰਡ ਲਰਨਿੰਗ ਜਿਹੜੀ ਹੁੰਦੀ ਹੈ। ਪਰ ਇਹਨੇ ਇੱਥੇ ਵਰਡ ਆਪਾਂ ਨੂੰ ਕੀ ਦਿੱਤਾ ਸੀਗਾ, ਹਿੰਡਰਸ। ਇਸ ਕਰਕੇ ਹਿੰਡਰਸ ਦਾ ਮਤਲਬ ਹੋ ਗਿਆ ਵੀ ਉਹਨੂੰ ਉਹ ਰੁਕਾਵਟ ਬਣਦੀ ਹੈ। ਇਸ ਕਰਕੇ ਡੀ ਆਪਸ਼ਨ ਹੈ ਉਹ ਰਾਈਟ ਆਨਸਰ ਹੈ, ਕਿਉਂਕਿ ਇੱਥੇ ਨੋਟ ਦਿੱਤਾ ਹੋਇਆ ਸੀ। ਜੇਕਰ ਨੋਟ ਨਾ ਦਿੱਤਾ ਹੁੰਦਾ ਤਾਂ ਫਿਰ ਹੋਰ ਕੁਐਸਚਨ ਦਾ ਆਨਸਰ ਚੇਂਜ ਹੋਣਾ ਸੀਗਾ। ਠੀਕ ਹੈ, ਧਿਆਨ ਨਾਲ ਇਹਨੂੰ ਰੀਡ ਕਰਨਾ। ਕੁਐਸਚਨ ਨੰਬਰ 6 ਕੀ ਆਪਣੇ ਕੋਲੇ, ਵਿਚ one of the theories of intelligence advocates the presence of general intelligence G and specific intelligence S। ਤਾਂ ਆਪਣੇ ਕੋਲੇ ਕੀ ਸੀਗੀਆਂ, ਇੱਕ 2 ਫੈਕਟਰ ਥਿਊਰੀ ਆਉਂਦੀ ਸੀਗੀ। ਇਹ 2 ਫੈਕਟਰ ਜਨਰਲ ਇੰਟੈਲੀਜੈਂਸੀ ਵਾਲੀ ਔਰ ਸਪੈਸੀਫਿਕ ਇੰਟੈਲੀਜੈਂਸੀ ਵਾਲੀ, ਆ ਸਾਰੀਆਂ ਥਿਊਰੀਜ਼ ਦਿੱਤੀਆਂ ਹੋਈਆਂ। ਇਹ ਵੀ ਇਹਨਾਂ ਸਾਰਿਆਂ ਦੇ ਵਿੱਚ ਡਿਟੇਲ ਜਿਹੜੀ ਤੁਹਾਨੂੰ ਇੱਕ ਵਾਰੀ ਥੋੜ੍ਹਾ ਇਹਨਾਂ ਬਾਰੇ ਪੜ੍ਹਨਾ ਚਾਹੀਦਾ। ਜ਼ਿਆਦਾਤਰ ਕੁਐਸਚਨ ਸਪੀਅਰਮੈਨ 2 ਫੈਕਟਰ ਥਿਊਰੀ 'ਚੋਂ ਆਉਂਦਾ ਹੁੰਦਾ, ਔਰ ਇਹ ਆਊਗੀ ਸਪੀਅਰਮੈਨ 2 ਫੈਕਟਰ। ਜਿਵੇਂ ਇੱਥੇ ਕਲੀਅਰ ਹੈ ਕਿ ਉਹਨੇ 2 ਫੈਕਟਰ ਦਿੱਤੇ ਸੀ, ਇੰਟੈਲੀਜੈਂਸ, ਜਨਰਲ ਇੰਟੈਲੀਜੈਂਸ ਅਤੇ ਸਪੈਸੀਫਿਕ ਇੰਟੈਲੀਜੈਂਸ। ਤਾਂ ਇਸ ਕੁਐਸਚਨ ਦਾ ਆਨਸਰ ਕੀ ਆਏਗਾ, ਸੀ ਸਪੀਅਰਮੈਨਸ 2। ਇੱਥੇ ਅਪੋਸਟ੍ਰੋਫੀ ਐਸ ਹੈ ਇਹ ਵੀ, ਅਤੇ ਸਪੀਅਰਮੈਨਸ 2 ਫੈਕਟਰ ਥਿਊਰੀ। ਨੈਕਸਟ ਕੁਐਸਚਨ ਦੇਖਦੇ ਹਾਂ, 7th ਕੀ ਹੈ, ਇਮੇਜਸ, ਕਨਸੈਪਟਸ, ਸਿੰਬਲਸ ਐਂਡ ਸਾਈਨਸ, ਲੈਂਗੁਏਜ, ਮਸਲਸ, ਐਕਟੀਵਿਟੀ ਐਂਡ ਬ੍ਰੇਨ ਫੰਕਸ਼ਨ ਆਰ ਇਨਵੋਲਵਡ ਇਨ। ਕਹਿੰਦਾ ਕਿ ਜਿਹੜੇ ਇਹ ਵਾਲੇ ਆ, ਇਹ ਸਾਰੀਆਂ ਐਕਟੀਵਿਟੀਜ਼ ਕਿਹਦੇ ਵਿੱਚ ਇਨਵੋਲਵ ਹੁੰਦੀਆਂ, ਅਡਾਪਟੇਸ਼ਨ ਦੇ ਵਿੱਚ ਇਨਵੋਲਵ ਹੁੰਦੀਆਂ, ਜਿਹਨੂੰ ਆਪਾਂ ਅਨੁਕੂਲਤਾ ਬੋਲਦੇ ਹੁੰਦੇ ਆ, ਜਾਂ ਮੋਟਰ ਡਿਵੈਲਪਮੈਂਟ, ਆਪਣੀ ਜਿਹੜੀ ਮੋਟਰ ਡਿਵੈਲਪਮੈਂਟ ਹੁੰਦੀ ਹੈ ਐਕਟੀਵਿਟੀ ਨਾਲ ਰਿਲੇਟਡ ਹੁੰਦੀ ਹੈ, ਪ੍ਰੋਬਲਮ ਸੋਲਵਿੰਗ ਜਾਂ ਥਿੰਕਿੰਗ ਪ੍ਰੋਸੈਸ। ਅਸਲ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਹੈ, ਇਮੇਜ ਦੀ ਫਾਰਮੇਸ਼ਨ, ਕਨਸੈਪਟਸ ਦਾ ਕਲੀਅਰ ਹੋਣਾ, ਸਿੰਬਲਸ, ਸਾਈਨਸ, ਇਹ ਜਦੋਂ ਆਪਾਂ ਕੋਗਨੀਟਿਵ ਜਿੰਨੀਆਂ ਥਿਊਰੀਜ਼ ਪੜ੍ਹਦੇ ਹਾਂ ਮਾਈਂਡ ਦੇ ਨਾਲ ਰਿਲੇਟਡ ਹੈਗੀਆਂ ਨੇ, ਤਾਂ ਇਹ ਸਾਰੇ ਦੇ ਸਾਰੇ ਆਪਣੇ ਕੋਲ ਡੀ ਆਪਸ਼ਨਸ ਆਏਗਾ, ਥਿੰਕਿੰਗ ਪ੍ਰੋਸੈਸ ਦੇ ਨਾਲ ਸੰਬੰਧਿਤ ਇਸ ਕੁਐਸਚਨ ਦਾ ਆਨਸਰ ਆਏਗਾ। ਕਿ ਇਹ ਜਿਹੜਾ ਸਾਰਾ ਅਸਲ ਦੇ ਵਿੱਚ ਇੱਕ ਹੋਰ ਚੀਜ਼ ਇਸ ਕੁਐਸਚਨ ਦੇ ਵਿੱਚ ਨੋਟ ਕਰਨ ਵਾਲੀ ਹੈ, ਜ਼ਿਆਦਾਤਰ ਕੀ ਹੁੰਦਾ ਸਟੂਡੈਂਟਸ ਇੱਥੇ ਦੇਖ ਲੈਂਦੇ ਵਰਡ ਮਸਲਸ ਐਕਟੀਵਿਟੀ। ਮਸਲਸ ਐਕਟੀਵਿਟੀ ਨੂੰ ਧਿਆਨ ਵਿੱਚ ਰੱਖਦੇ, ਸ਼ਾਇਦ ਬੋਲਦੇ ਕਿ ਮੋਟਰ ਸਕਿੱਲ ਦੇ ਨਾਲ ਰਿਲੇਟਡ ਹੋਊਗਾ, ਬਟ ਜਦੋਂ ਆਪਾਂ ਕੋਗਨੀਟਿਵ ਥਿਊਰੀਜ਼ ਪੜ੍ਹਦੇ ਹਾਂ ਤਾਂ ਆਪਣੇ ਬ੍ਰੇਨਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਐਕਟੀਵਿਟੀਜ਼ ਹੁੰਦੀਆਂ ਨੇ। ਕੁਐਸਚਨ ਨੰਬਰ 8 ਕੀ ਆਪਣੇ ਕੋਲੇ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਐਲੀਮੈਂਟ ਆਫ ਲਰਨਿੰਗ ਈਵੈਂਟਸ। ਇਹਨੂੰ ਵੀ ਧਿਆਨ ਨਾਲ ਪੜ੍ਹਨਾ, ਇਹਦੇ ਵਿੱਚ ਵੀ ਬਹੁਤ ਸਾਰੇ ਆਨਸਰ ਬੱਚੇ ਗਲਤ ਦੇ ਜਾਂਦੇ। ਲਰਨਿੰਗ ਈਵੈਂਟਸ, ਜਿਹੜਾ ਲਰਨਿੰਗ ਈਵੈਂਟਸ ਹੈ ਉਹ ਲਰਨਰ ਦੇ ਨਾਲ ਸੰਬੰਧਿਤ ਹੈ, ਉਹਨੇ ਲਰਨਰ ਨੇ ਉੱਥੇ ਕਿਵੇਂ ਲਰਨ ਕਰਨਾ ਆ। ਤਾਂ ਲਰਨਰ ਵੀ ਹੈਗਾ, ਉਹਦਾ ਐਲੀਮੈਂਟ ਹੋ ਗਿਆ, ਉਹਦੀ ਕੰਡੀਸ਼ਨਸ ਵੀ ਹੋ ਗਈਆਂ, ਕਿਸ ਤਰ੍ਹਾਂ ਦੀ ਕੰਡੀਸ਼ਨਸ ਹੈਗੀਆਂ, ਉਹ ਸਟਿਮੂਲਸ ਕਿਵੇਂ ਹੁੰਦਾ, ਇਹ ਵੀ ਹੋ ਗਿਆ। ਤਾਂ ਉੱਥੇ ਟੀਚਰ ਨੂੰ ਆਪਾਂ ਲਰਨਿੰਗ ਈਵੈਂਟ ਦੇ ਐਲੀਮੈਂਟ ਵਿੱਚ ਕਾਊਂਟ ਨਹੀਂ ਕਰਾਂਗੇ, ਕਿਉਂਕਿ ਇਹ ਆਪਣੇ ਕੋਲੇ ਕੀ ਆ, ਉਹਦਾ ਐਲੀਮੈਂਟ ਨਹੀਂ ਗਾ, ਕਿਉਂਕਿ ਇਹ ਇੱਕ ਫੈਸਿਲੀਟੇਟਰ ਦਾ ਕੰਮ ਕਰਦਾ, ਇੱਕ ਡਾਇਰੈਕਸ਼ਨ ਦਾ ਕੰਮ ਕਰਦਾ ਆ। ਬਾਕੀ ਜਿਹੜਾ ਕੰਮ ਹੁੰਦਾ ਲਰਨਿੰਗ ਹੁੰਦੀ ਉਹ ਸਾਰੀ ਦੀ ਸਾਰੀ ਆਪਣੇ ਕੋਲੇ ਕੌਣ ਕਿਹਦੇ ਥਰੂ ਹੁੰਦੀ ਹੈ, ਜਿਹੜਾ ਲਰਨਰ ਹੁੰਦਾ ਆਪਣੇ ਆਪ ਕਰਦਾ। ਉਮੀਦ ਕਰਦਾ ਕਿ ਤੁਹਾਨੂੰ ਇਹ ਕੁਐਸਚਨ ਸਮਝ ਲੱਗ ਗਿਆ ਹੋਊਗਾ। ਅੱਗੇ ਕੁਐਸਚਨ ਨੰਬਰ 9 ਆਪਣੇ ਕੋਲੇ ਕੀ ਹੈਗਾ, ਵਿਚ ਵਨ ਆਫ ਦਾ ਫੋਲੋਇੰਗ ਥਿਊਰੀਜ਼ ਵਿਊ ਦੈਟ behavior could be shaped through successive approximation and reinforcement of responses more nearly approaching desired behavior। ਕਹਿੰਦਾ ਕਿ ਜਿਹੜੀਆਂ ਅਲੱਗ-ਅਲੱਗ ਆਪਣੇ ਕੋਲੇ ਥਿਊਰੀ ਦਿੱਤੀਆਂ ਹੁੰਦੀਆਂ, ਖਾਸ ਤੌਰ 'ਤੇ ਇਹਦੇ ਵਿੱਚ ਗੱਲ ਕੀਤੀ ਗਈ ਆ ਆਪਣੇ ਕੋਲੇ ਬਿਹੇਵੀਅਰਿਜ਼ਮ ਦੀ, ਕਲਾਸੀਕਲ ਥਿਊਰੀਆਂ ਦੀ ਗੱਲ ਕੀਤੀ ਹੋਈ ਆ। ਕਹਿੰਦਾ ਕਿ ਕਿਹੜਾ ਸਿਧਾਂਤ ਜਿਹੜਾ ਹੈ ਇਸ ਘਟਨਾ ਦੇ ਵਿਵਹਾਰ ਨੂੰ, ਜਿਹੜਾ ਆਪਣੇ ਕੋਲ ਇੱਛਤ ਵਿਵਹਾਰ ਨੂੰ ਨਿਕਟ ਪ੍ਰਤੀਕਿਰਿਆਵਾਂ ਦੇ ਦ੍ਰਿੜੀਕਰਨ ਕਰਨ ਨਾਲ ਢਾਲਿਆ ਜਾ ਸਕਦਾ। ਇਹਦੀ ਪੰਜਾਬੀ ਥੋੜ੍ਹੀ ਔਖੀ ਹੈ, ਬਟ ਇਹਦੇ ਵਿੱਚ ਇਹ ਤੁਸੀਂ ਨੋਟ ਕਰੋ ਕਿ ਸਕਸੈਸਿਵ ਅਪਰੋਕਸੀਮੇਸ਼ਨ ਅਤੇ ਰੀਇਨਫੋਰਸਮੈਂਟ ਆਫ ਰਿਸਪੌਂਸਸ ਦੀ ਗੱਲ ਕੀਤੀ ਹੋਈ ਹੈ।
ਤਾਂ ਜਿਹੜੀਆਂ ਆਪਣੇ ਕੋਲੇ ਥਿਊਰੀ ਦੀ ਆਪਸ਼ਨ ਦੇਖੋ ਥੋੜਾ ਧਿਆਨ ਨਾਲ। ਕਲਾਸੀਕਲ ਕੰਡੀਸ਼ਨ ਆ ਗਈ, ਇੰਸਟਰੂਮੈਂਟਲ ਕੰਡੀਸ਼ਨ ਆ ਗਈ, ਓਪਰੈਂਡ ਕੰਡੀਸ਼ਨਸ ਆ ਗਈ ਤੇ ਸੋਸ਼ਲ ਲਰਨਿੰਗ ਹੈ। ਹੁਣ ਦੇਖੋ ਕਲਾਸੀਕਲ ਕੰਡੀਸ਼ਨ ਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਜਿਹੜੀ ਤੁਸੀਂ ਉਹ ਕੀਤੀ ਹੋਈ ਸੀਗੀ ਉਹ ਐਕਟੀਵਿਟੀ ਆ ਉਹਦੀ ਆਪਣੇ ਕੋਲ ਪਾਵਲੋਵਸ ਵਾਲੀ ਕਲਾਸੀਕਲ ਕੰਡੀਸ਼ਨ ਦੇ ਵਿੱਚ ਕੀ ਹੁੰਦਾ ਕਿ ਉਹ ਡੌਗ ਹੁੰਦਾ ਹੈ ਨਾ, ਇੱਕ ਬੈਲ ਰਿੰਗ ਹੁੰਦੀ ਹੈ ਤੇ ਫਿਰ ਹੀ ਉਹਦੇ ਮਾਊਥ ਦੇ ਵਿੱਚੋਂ ਜਿਹੜਾ ਆ ਉਹ ਸਾਲਵੀਆ ਆਉਂਦਾ ਆ, ਮੂੰਹ ਦੇ ਵਿੱਚ ਪਾਣੀ ਆਉਂਦਾ, ਫਿਰ ਉਹਨੂੰ ਫੂਡ ਮਿਲਦਾ। ਠੀਕ ਹੈ, ਤਾਂ ਉੱਥੇ ਉਹਨੂੰ ਆਪਾਂ ਸਟਿਮੂਲਸ ਕਰਦੇ ਹਾਂ ਸਾਈਡ ਤੋਂ ਬੈਲ ਦੇ ਨਾਲ। ਪਰ ਉਸ ਤੋਂ ਬਾਅਦ ਕੀ ਹੁੰਦਾ ਕਿ ਇਸ ਤੋਂ ਬਾਅਦ ਸਕਿਨਰ ਸੀਗਾ, ਉਹਨੇ ਕਿਹਾ ਸੀਗਾ ਕਿ ਜਿਹੜਾ ਇੱਥੇ ਓਪਰੈਂਡ ਕੰਡੀਸ਼ਨਿੰਗ ਦੀ ਗੱਲ ਕੀਤੀ ਸੀ, ਉਹ ਕਹਿੰਦਾ ਕਿ ਓਪਰੈਂਡ ਦਾ ਮਤਲਬ ਹੁੰਦਾ ਇੱਕ ਐਕਟ ਜਾਂ ਜਿਹਦੇ ਨਾਲ ਕਿ ਜਿਵੇਂ ਆਪਾਂ ਕਿਹਾ ਸੀ ਵੀ ਜਿਹੜਾ ਡੌਗ ਆ ਉਹਨੂੰ ਵੇਟ ਕਰਨੀ ਪੈਂਦੀ ਸੀ ਬੈਲ ਕਦੋਂ ਰਿੰਗ ਹੋਊਗੀ, ਉਦੋਂ ਸਟਿਮੂਲਸ ਹੁੰਦਾ ਸੀ। ਉਹ ਕਹਿੰਦਾ ਕਿ ਇਸ ਤਰ੍ਹਾਂ ਨਹੀਂ ਹੁੰਦਾ, ਹਰੇਕ ਐਨਵਾਇਰਨਮੈਂਟ ਦੇ ਵਿੱਚ ਜਿਹੜਾ ਲਰਨਰ ਆ ਜਾਂ ਕਹਿ ਲਓ ਕਿ ਜਿਹੜਾ ਔਰਗੇਨਿਜ਼ਮ ਆ ਉਹ ਮਤਲਬ ਵੇਟ ਨਹੀਂ ਕਰੂਗਾ ਸਟਿਮੂਲਸ ਹੋਣ ਦਾ। ਠੀਕ ਹੈ, ਉਹ ਐਨਵਾਇਰਨਮੈਂਟ ਦੇ ਨਾਲ ਆਪਣੇ ਆਪ ਮਤਲਬ ਕੀ ਹੋਊਗਾ, ਪੈਸਿਵ ਨਹੀਂ ਰਹੂਗਾ। ਉਹ ਜਿਹੜਾ ਹੋਊਗਾ ਔਰਗੇਨਿਜ਼ਮ ਹੋਊਗਾ ਉਹ ਆਪਣੇ ਆਪ, ਜਿਵੇਂ ਇਹਨੇ ਉਸ ਤੋਂ ਬਾਅਦ ਨੇ ਕੰਡੀਸ਼ਨ ਇੱਕ ਐਕਟਿਵ ਜਿਹੜੀ ਐਕਸਪੈਰੀਮੈਂਟ ਕੀਤਾ ਸੀ ਚੂਹੇ ਵਾਲਾ ਕਿ ਉਹ ਲੀਵਰ ਨੂੰ ਨੱਪਦਾ ਹੈ ਤਾਂ ਉਹਨੂੰ ਖਾਣਾ ਮਿਲਦਾ, ਤਾਂ ਉੱਥੇ ਖੁਦ ਸਟਿਮੂਲਸ ਹੁੰਦਾ ਸੀ। ਅਤੇ ਇਸ ਤਰ੍ਹਾਂ ਹੀ ਇੱਕ ਇੰਸਟਰੂਮੈਂਟਲ ਕੰਡੀਸ਼ਨਿੰਗ ਸੀ। ਓਪਰਾਹੈਂਡ ਅਤੇ ਇੰਸਟਰੂਮੈਂਟਲ ਵਿੱਚ ਜ਼ਿਆਦਾ ਫਰਕ ਨਹੀਂ, ਬਹੁਤ ਥੋੜ੍ਹਾ ਹੈ। ਜਿਹੜੀ ਇੰਸਟਰੂਮੈਂਟ ਹੁੰਦੀ ਆ ਉਹ ਫੋਕਸ ਕਰਦੀ ਹੈ ਸਟਿਮੂਲਸ 'ਤੇ। ਠੀਕ ਹੈ, ਅਤੇ ਉਹਦਾ ਇਸ ਤਰ੍ਹਾਂ ਦੇ ਸਟਿਮੂਲਸ 'ਤੇ ਕਰਦੀ ਆ ਕਿ ਉਹਦਾ ਇਫੈਕਟ ਕਿਹੋ ਜਿਹਾ ਆਉਂਦਾ। ਤਾਂ ਇਸ ਕੁਐਸਚਨ ਦੇ ਵਿੱਚ ਤੁਹਾਡਾ ਆਨਸਰ ਸੀ ਆਊਗਾ। ਤਾਂ ਜਦੋਂ ਤੁਸੀਂ ਇਹ ਥਿਊਰੀਜ਼ ਪੜ੍ਹੋਗੇ ਨਾ ਓਪਰੈਂਡ ਕੰਡੀਸ਼ਨ, ਤਾਂ ਉਹਦੇ ਵਿੱਚ ਸਪੈਸ਼ਲ ਤੌਰ 'ਤੇ ਆ ਸਕਸੈਸਿਵ ਅਪਰੋਕਸੀਮੇਸ਼ਨ ਐਂਡ ਰੀਇਨਫੋਰਸਮੈਂਟ ਆਫ ਰਿਸਪੋਂਸਿਸ ਇਹਦੀ ਗੱਲ ਹੁੰਦੀ ਆ। ਤਾਂ ਇਹ ਓਪਰੈਂਡ ਕੰਡੀਸ਼ਨ ਜਿਹੜਾ ਇਹਦਾ ਕੰਡੀਸ਼ਨਿੰਗ ਹੈ, ਇਹਦੀ ਬਹੁਤ ਡਿਟੇਲ ਸਟੱਡੀ ਤੁਸੀਂ ਮਤਲਬ ਪੜ੍ਹ ਕੇ ਇਹਦਾ ਆਨਸਰ ਬਿਲਕੁਲ ਸਮਝ ਲੱਗ ਜਾਏਗਾ ਜ਼ਿਆਦਾ। ਹੁਣ ਮੈਂ ਥੋੜ੍ਹਾ ਮੋਟੀ ਜਿਹੀ ਗੱਲ ਹੀ ਤੁਹਾਨੂੰ ਦੱਸੀ ਹੋਈ ਹੈ। ਨੈਕਸਟ ਕੁਐਸਚਨ ਕੀ, ਕੁਐਸਚਨ ਨੰਬਰ 10, ਇਹ ਪ੍ਰੋਸੈਸ ਬਾਈ ਵਿਚ a parents assume that his child's traits are all positive because one trait is positive termed as। ਉਹ ਕਹਿੰਦਾ ਕਿ ਇੱਕ ਜਿਹੜੇ ਪੇਰੈਂਟਸ ਹੁੰਦੇ ਆ ਨਾ ਉਹ ਮੰਨਦੇ ਕਿ ਸਾਡਾ ਬੱਚਾ ਜਿਹੜਾ ਹੁੰਦਾ ਉਹਦੇ ਸਾਰੇ ਗੁਣ ਹੀ ਵਧੀਆ, ਕਿਉਂਕਿ ਉਹਦੇ 'ਚ ਉਹਨਾਂ 'ਚ ਇੱਕ ਉਹਨਾਂ ਦੇ ਬੱਚੇ 'ਚ ਇੱਕ ਗੁਣ ਵਧੀਆ। ਤਾਂ ਇਸ ਫੈਕਟ ਨੂੰ ਕੀ ਬੋਲਦੇ? ਇਹ ਕੁਐਸਚਨ ਵੀ ਰਿਪੀਟ ਹੋਇਆ, ਪਹਿਲਾਂ ਵੀ 1 ਸਾਲ ਦੇ ਪੇਪਰ ਦੇ ਵਿੱਚ ਆਇਆ। ਇਹਨੂੰ ਆਪਾਂ ਬੋਲਾਂਗੇ ਹੈਲੋ ਇਫੈਕਟ ਹੁੰਦਾ। ਹੈਲੋ ਇਫੈਕਟ ਕੀ ਹੁੰਦਾ ਕਿ ਜਦੋਂ ਕਿਸੇ ਦੇ ਵਿੱਚ ਕੋਈ ਇੱਕ ਗੁਣ ਆਪਾਂ ਚੰਗਾ ਦੇਖ ਲੈਂਦੇ ਹਾਂ, ਕੋਈ ਕਿਸੇ ਦੀ ਇੱਕ ਐਕਟੀਵਿਟੀ ਚੰਗੀ ਦੇਖ ਲੈਂਦੇ, ਤਾਂ ਆਪਾਂ ਇਹ ਮੰਨ ਕੇ ਚੱਲਦੇ ਕਿ ਉਹਦੀਆਂ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਹੋਣਗੀਆਂ ਉਹ ਵੀ ਵਧੀਆ ਹੋਣਗੀਆਂ। ਜਿਵੇਂ ਸਕੂਲ ਦੇ ਵਿੱਚ ਆਪਾਂ ਕਹਿ ਲਈਏ ਕਿ ਅਗਰ ਟੀਚਰ ਇੱਕ ਕੰਮ ਵਧੀਆ ਕਰਦਾ ਤਾਂ ਆਪਾਂ ਮੰਨ ਕੇ ਚੱਲਦੇ ਕਿ ਬਾਕੀ ਕੰਮ ਵੀ ਉਹ ਵਧੀਆ ਕਰ ਲੂਗਾ। ਤਾਂ ਇਸ ਇਫੈਕਟ ਨੂੰ ਆਪਾਂ ਕੀ ਬੋਲਦੇ ਹਾਂ? ਹੈਲੋ ਇਫੈਕਟ। ਨੈਕਸਟ ਕੁਐਸਚਨ ਕੀ ਹੈ? ਕੁਐਸਚਨ ਨੰਬਰ 11, ਰਮੇਸ਼ ਐਂਡ ਅੰਕਿਤ ਹੈਵ ਦਾ ਸੇਮ IQ ਆਫ 120। ਦੋਵਾਂ ਦਾ IQ ਕੀ ਹੈ? ਸੇਮ ਆ। ਰਮੇਸ਼ ਇਜ਼ 2 years younger than ਅੰਕਿਤ ਇਫ ਅੰਕਿਤ ਇਜ਼ 2 year older then the mental age of the ਰਮੇਸ਼। ਤਾਂ ਇਹ ਇੱਕ ਆਪਾਂ ਨੂੰ ਪਤਾ ਹੈ ਕਿ ਜਿਹੜੇ IQ ਕੱਢਣ ਦਾ ਫਾਰਮੂਲਾ ਕੀ ਹੁੰਦਾ ਪਹਿਲੇ ਨੰਬਰ 'ਤੇ। ਤਾਂ ਤੁਸੀਂ ਇਹ ਬਿਲਕੁਲ ਈਜ਼ੀ ਹੈ, ਸਟੇਟਮੈਂਟ ਦੇਖ ਘਬਰਾਉਣਾ। ਇੱਕ ਪਾਸੇ ਅੰਕਿਤ ਆਪਣੇ ਕੋਲੇ, ਇੱਕ ਪਾਸੇ ਰਮੇਸ਼ ਹੈ, ਦੋਨਾਂ ਦਾ IQ ਕਿੰਨਾ ਦਿੱਤਾ ਹੋਇਆ? 120। ਕੀ ਫਾਰਮੂਲਾ ਹੁੰਦਾ? ਬਰਾਬਰ ਮੈਂਟਲ ਏਜ ਓਵਰ ਕਰੋਨੋਲੋਜੀਕਲ ਏਜ ਮਲਟੀਪਲਾਈ ਬਾਏ 100। ਇਵੇਂ ਇੱਧਰ ਰਮੇਸ਼ ਦਾ ਕੀ ਲੈ ਲੈਣਾ ਤੁਸੀਂ? 120 ਇਜ਼ ਇਕਲ ਟੂ ਮੈਂਟਲ ਏਜ ਓਵਰ CA ਕਰੋਨਿਕਲ ਏਜ ਮਲਟੀਪਲਾਈ ਬਾਏ 100। ਹੁਣ ਕੀ ਹੈ? 120 ਰਮੇਸ਼ ਦਾ ਕੀ ਦਿੱਤਾ ਹੋਇਆ? ਰਮੇਸ਼ ਇਜ਼ 2 year ਯੰਗਰ। ਇਹਦਾ ਮਤਲਬ ਇਹ ਹੈ ਕਿ ਉਹਦੀ ਜਿਹੜੀ ਕਰੋਨਿਕਲ ਏਜ ਆ ਰਮੇਸ਼ ਦੀ ਉਹ 2 ਸਾਲ ਛੋਟੀ ਆ ਅੰਕਿਤ ਨਾਲੋਂ। ਅੰਕਿਤ ਹੈਗਾ 12 ਸਾਲਾਂ ਦਾ, ਉਹ ਕਿੰਨਾ ਹੈਗਾ? 10 ਦਾ। ਤਾਂ ਗੁਣਾ ਕਰਕੇ 100, ਇਹਨੂੰ ਸੋਲਵ ਕਰਾਂਗੇ ਤਾਂ ਜਿਹੜੀ ਮੈਂਟਲ ਏਜ ਆਊਗੀ ਕਿਹਦੀ? ਆਪਣੇ ਕੋਲ ਰਮੇਸ਼ ਦੀ, ਉਹ ਕਿੰਨੀ ਆ ਜਾਊਗੀ? ਇੱਥੋਂ ਕੱਟ ਹੋ ਕੇ 12। ਤਾਂ ਕੀ ਆਪਸ਼ਨ ਆਏਗੀ? 11th ਕੁਐਸਚਨ ਦਾ ਕੀ ਆਨਸਰ ਆਏਗਾ? C ਆਪਸ਼ਨ 12 year। ਠੀਕ ਹੈ, ਉਮੀਦ ਕਰਦਾ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਇਸ ਨੂੰ ਨਾ ਜਿਹੜੇ ਆਪਣੇ ਕੋਲ ਇੰਟੈਲੀਜੈਂਸੀ ਦਾ ਇਹ ਜਿਹੜਾ ਇਹ ਦਿੱਤਾ ਹੋਇਆ ਸੀ, ਬਿਨਟ ਨੇ ਫਾਰਮੂਲਾ ਦਿੱਤਾ ਸੀਗਾ ਇਹ। ਠੀਕ ਹੈ, ਟਰਮ ਜਿਹੜੀ ਹੈ, ਤਾਂ ਇਹਨੂੰ ਧਿਆਨ ਨਾਲ ਕਰ ਲਿਓ। ਠੀਕ ਹੈ, ਤਾਂ ਇਹਦੇ ਵਿੱਚ ਕੀ ਆ ਜਾਏਗਾ? C ਆਪਸ਼ਨ। ਕੁਐਸਚਨ ਨੰਬਰ 12, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਐਗਜ਼ਾਮਪਲ ਆਫ ਡਿਸਕਰੀਟ ਵੇਰੀਏਬਲ। ਤਾਂ ਡਿਸਕਰੀਟ ਵੇਰੀਏਬਲ ਦੀ ਕਹਿੰਦਾ ਕਿ ਐਗਜ਼ਾਮਪਲ ਕਿਹੜਾ ਨਹੀਂ? ਏਜ, ਮੈਰੀਟਲ ਸਟੇਟਸ ਹੋ ਗਿਆ, ਜੈਂਡਰ ਹੋ ਗਿਆ, ਜਾਂ ਪਲੇਸ ਆਫ ਰੈਜ਼ੀਡੈਂਸੀ ਹੋ ਗਈ। ਆਪਾਂ ਨੂੰ ਪਤਾ 2 ਤਰ੍ਹਾਂ ਦੇ ਵੇਰੀਏਬਲ ਹੁੰਦੇ, ਇੱਕ ਹੁੰਦੇ ਡਿਸਕਰੀਟ, ਇੱਕ ਹੁੰਦੇ ਕੰਟੀਨਿਊਸ। ਜਿਹਨਾਂ ਨੇ ਸਟੈਟ ਪੜ੍ਹੀ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ। ਕੰਟੀਨਿਊਸ ਵੇਰੀਏਬਲ ਜਿਹੜੇ ਜਿਹਦੇ ਵਿੱਚ ਆਪਾਂ ਰੇਂਜ ਦੱਸਦੇ ਹੁੰਦੇ ਹਾਂ, ਅਤੇ ਜਿਹੜੇ ਡਿਸਕਰੀਟ ਹੁੰਦੇ, ਡਿਸਕਰੀਟ ਦੀ ਆਪਾਂ ਐਗਜ਼ੈਕਟ ਵੈਲਿਊ ਦੱਸਦੇ ਹਾਂ,
ਵੀ ਜਿਹੜਾ ਵੇਰੀਏਬਲ ਜਿਹੜਾ ਜਿਹਨੂੰ ਆਪਾਂ ਡਿਸਟਿੰਕਟ ਹੁੰਦਾ ਕਾਊਂਟੇਬਲ ਵੈਲਿਊ ਜਿਹਦੀ ਹੁੰਦੀ ਆ। ਠੀਕ ਹੈ, ਤਾਂ ਇਹਦੇ ਵਿੱਚ ਆਪਸ਼ਨ ਏ ਆਏਗੀ ਏਜ, ਕਿਉਂਕਿ ਆਪਾਂ ਏਜ ਨੂੰ ਇਸ ਤਰ੍ਹਾਂ ਦੱਸ ਦਿੰਦੇ ਜਿਵੇਂ ਬੱਚਿਆਂ ਦੇ ਵਿੱਚ ਹੋਵੇ ਵੀ 2 ਤੋਂ 5 ਸਾਲ ਦੇ, 3 ਤੋਂ 7 ਸਾਲ ਦੇ, 8 ਤੋਂ 9 ਸਾਲ ਦੇ। ਮੈਰੀਅਲ ਜਿਹੜਾ ਮੈਰਿਡ ਸਟੇਟਸ ਆਉਂਦਾ ਉਹਦਾ ਆਪਾਂ ਨੂੰ ਪਤਾ ਹੀ, ਜਾਂ ਮੈਰਿਡ ਜਾਂ ਅਨਮੈਰਿਡ, ਜੈਂਡਰ ਆ ਮੇਲ ਫੀਮੇਲ ਜਾਂ ਟਰਾਂਸਜੈਂਡਰ ਹੈ ਨਾ। ਇਹ ਤਾਂ ਵੈਲਿਊ ਜਿਹੜੇ ਹੈਗੇ ਆ ਇਹ ਡਿਸਕਰੀਟ ਆ ਜਾਣਗੇ। ਤਾਂ ਏਜ ਜਿਹੜੀ ਹੈਗੀ ਆ ਉਹ ਨੋਟ ਐਨ ਡਿਸਕਰੀਟ ਵੇਰੀਏਬਲਸ। ਕਲੀਅਰ ਤਾਂ ਲੱਗ ਗਿਆ ਮੈਨੂੰ, ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਏਗੀ। ਕੁਐਸਚਨ ਨੰਬਰ 13 ਕੀ ਆਪਣੇ ਕੋਲ ਦਿੱਤਾ ਹੋਇਆ, ਐਨ ਐਪਰੋਪ੍ਰੀਏਟ ਫਾਰਮ ਆਫ ਅਸੈਸਿੰਗ ਸਟੂਡੈਂਟਸ ਪਰਫੋਰਮੈਂਸ ਇਨ ਪ੍ਰੈਕਟੀਕਲੀ। ਪ੍ਰੈਕਟੀਕਲ ਦੇ ਵਿੱਚ ਆਪਾਂ ਕਿਸੇ ਵੀ ਆਪਾਂ ਬੱਚੇ ਦੀ ਜਿਹੜੀ ਪਰਫੋਰਮੈਂਸ ਮਾਪਣੀ ਆ ਤਾਂ ਸਹੀ ਕਿਹੜਾ ਤਰੀਕਾ ਆ, ਆਪਾਂ ਉਹਦੀ ਆਬਜ਼ਰਵੇਸ਼ਨ ਕਰਾਂਗੇ। ਪ੍ਰੈਕਟੀਕਲ ਦੇ ਵਿੱਚ ਆਪਾਂ ਆਬਜ਼ਰਵ ਕਰਾਂਗੇ। ਠੀਕ ਹੈ, ਤਾਂ ਕੁਐਸਚਨ ਨੰਬਰ 13 ਤੋਂ ਬਾਅਦ 14 ਆ ਗਿਆ, the type of evaluation which is used to monitor the learning progress during the instruction is called। ਧਿਆਨ ਨਾਲ ਦੇਖੋ ਬੇਟਾ, ਇਹਦੇ ਵਿੱਚ ਉਹਨੇ ਆ ਵਰਡ ਦਿੱਤਾ ਡਿਊਰਿੰਗ ਇੰਸਟਰਕਸ਼ਨ, ਵੀ ਜਦੋਂ ਤੁਸੀਂ ਇੰਸਟਰਕਟ ਕਰਦੇ ਹੋ ਜਾਂ ਕਹ ਲਓ ਕਲਾਸ ਲੈ ਰਹੇ ਹੋ, ਟੀਚ ਕਰਦੇ ਪਏ ਹੋ, ਉਦੋਂ ਲਰਨਿੰਗ ਨੂੰ ਕੀ ਕਰਨਾ ਹੈ, ਮੋਨੀਟਰ ਕਰਨਾ। ਤਾਂ ਆਪਾਂ ਕਿਹੜੀ ਵੈਲਿਊਏਸ਼ਨ ਕਰਦੇ ਹੁੰਦੇ, ਫਾਰਮੈਟ ਐਵੈਲੂਏਸ਼ਨ। ਕੁਝ ਵਿੱਚੋਂ ਆਪਾਂ ਪੁੱਛਦੇ, ਕੁਐਸਚਨ ਪੁੱਛਦੇ ਬੱਚਿਆਂ ਨੂੰ, ਜਾਂ ਆਪਾਂ ਮੰਥਲੀ ਜਾਂ 1 ਡੇ ਬਾਅਦ ਟੈਸਟ ਲੈਂਦੇ ਹਾਂ, ਤਾਂ ਉਹ ਆਪਣੇ ਕੋਲ ਕੀ ਆ ਜੀ, ਫਾਰਮੈਟ ਐਵੈਲੂਏਸ਼ਨ। ਤਾਂ ਇਸ ਦਾ ਆਨਸਰ ਕੀ ਆਏਗਾ, 14 ਦਾ ਬੀ ਆਪਸ਼ਨ ਆਏਗੀ, ਫਾਰਮੈਟਿਵ ਐਵੈਲੂਏਸ਼ਨ। ਕੁਐਸਚਨ ਨੰਬਰ 15 ਕੀ ਆਪਣੇ ਕੋਲ ਦਿੱਤਾ ਹੋਇਆ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਬੈਟਰ ਆਈਟਮ ਆਫ ਐਸੇ ਟਾਈਪ ਕੁਐਸਚਨ। ਐਸੇ ਟਾਈਪ ਕੁਐਸਚਨ ਜਦੋਂ ਆਪਾਂ ਦੱਸਣਾ, ਤਾਂ ਜਿਵੇਂ ਨਿਊਟਨ ਲਾ ਦੇ ਉੱਪਰ ਇਹਨੇ 3 ਤਰ੍ਹਾਂ ਦੀ ਸਟੇਟਮੈਂਟ ਦਿੱਤੀਆਂ, ਇਹਨਾਂ ਦੇ ਵਿੱਚੋਂ ਕਿਹੜਾ ਕੁਐਸਚਨ ਹੈ ਜਿਹੜਾ ਵਧੀਆ ਐਸੇ ਟਾਈਪ ਕੁਐਸਚਨ ਆ। ਤਾਂ ਐਕਸਪਲੇਨ ਈਚ ਆਫ ਨਿਊਟਨਸ 3 ਲਾ ਆਫ ਮੋਸ਼ਨਸ। ਤਾਂ ਇਹਦੇ ਆਪਸ਼ਨ ਕੀ ਆਏਗੀ, ਬੀ ਆਪਸ਼ਨ, ਐਕਸਪਲੇਨ, ਅਤੇ ਉਹਨੂੰ ਐਕਸਪਲੇਨ ਕਰੋ। ਠੀਕ ਹੈ, ਕਿਉਂਕਿ ਆਪਾਂ ਐਸੇ ਟਾਈਪ ਕੁਐਸਚਨ ਲਿਖਣਾ। ਡਿਸਕਸ ਜਾਂ ਵਾਟਸ ਦਾ ਨਿਊਟਨ ਲਾ ਆਫ ਮੋਸ਼ਨ, ਜਿਹੜਾ ਆ ਵਾਟਸ ਵਾਲਾ ਇਹ ਤਾਂ ਐਸੇ ਬਣਦਾ ਨਹੀਂ, ਐਸੇ ਟਾਈਪ। ਇਹਦੇ ਵਿੱਚ ਤਾਂ ਇਕੱਲੀਆਂ 3 ਸਟੇਟਮੈਂਟਸ ਹੀ ਆ ਜਾਣਗੀਆਂ ਨਿਊਟਨ ਲਾ ਦੀਆਂ, ਜੇ 3 ਲਾ ਹੈਗੇ ਆ। ਨੋਟ ਦੇ ਵਿੱਚ ਵੀ ਆਪਾਂ ਸਟੇਟਮੈਂਟ ਲਿਖਾਂਗੇ। ਐਕਸਪਲੇਨ ਦੇ ਵਿੱਚ ਹੋਊਗਾ ਕਿ ਉਹਦੀ ਆਪਾਂ ਪੂਰੀ ਡਿਟੇਲ ਲਿਖਾਂਗੇ, ਫਿਰ ਆਪਾਂ ਕੀ ਕਰਾਂਗੇ, ਉਹਨੂੰ ਐਸੇ ਟਾਈਪ ਕੁਐਸਚਨ ਹੋਣ। ਡਿਸਕਸ ਦੇ ਵਿੱਚ ਇਹ ਕਿਹੜਾ ਕੋਈ ਸੋਸ਼ੀਓਲੋਜੀ ਦੀ ਟਰਮ ਜਿਹਨੂੰ ਆਪਾਂ ਡਿਸਕਸ ਕਰਾਂਗੇ, ਜਿਹਦੇ ਆਪਦੇ ਪੁਆਇੰਟ ਆਫ ਵਿਊ ਦੇਵਾਂਗੇ। ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਐਕਸਪਲੇਨ ਵਰਡ ਆ ਜਿਹੜਾ ਉਹਦੇ ਵਿੱਚ ਆ ਜਾਏਗਾ ਕਿ ਆਪਾਂ ਉਹਦੀ ਪੂਰੀ ਡਿਟੇਲ, ਉਸ ਦਾ ਪੂਰੇ ਦਾ ਪੂਰਾ ਕੀ ਆ, ਉਹਦੀ ਜੇ ਕੋਈ ਥਿਓਰੈਟੀਕਲ ਐਕਸਪ੍ਰੈਸ਼ਨਸ ਵਗੈਰਾ ਹੋਣਗੇ ਨਿਊਟਨ ਲਾ ਦੇ, ਉਹ ਵੀ ਆਪਾਂ ਲਿਖਾਂਗੇ। ਇੱਕ ਐਸੇ ਟਾਈਪ ਕੁਐਸਚਨ ਬਣ ਗਏ। ਕੁਐਸਚਨ ਨੰਬਰ ਆਪਣੇ ਕੋਲ 16 ਆ ਗਿਆ, ਸਪੈਸ਼ਲ ਨੀਡਸ ਐਜੂਕੇਸ਼ਨ ਇਜ਼ ਟਾਈਪ ਆਫ ਐਜੂਕੇਸ਼ਨ। ਜਿਹੜੀ ਸਪੈਸ਼ਲ ਨੀਡਸ ਹੁੰਦੀਆਂ ਐਜੂਕੇਸ਼ਨ ਦੀ, ਜਾਂ ਕਹਿ ਲਓ ਸਪੈਸ਼ਲ ਨੀਡ ਵਾਲੀ ਜਿਹੜੀ ਐਜੂਕੇਸ਼ਨ ਆ, ਉਹ ਇੱਕ ਤਰ੍ਹਾਂ ਦੀ ਐਜੂਕੇਸ਼ਨ ਹੈ। ਕਾਹਦੇ ਵਾਸਤੇ ਆ, ਗਿਵਨ ਟੂ ਏ ਵੈਰੀ ਸਪੈਸ਼ਲ ਪੀਪਲ, ਬੜੇ ਜਿਹੜੇ ਸਪੈਸ਼ਲ ਪੀਪਲਾਂ ਨੂੰ ਕਹਿੰਦਾ ਦਿੱਤੀ ਜਾ ਸਕਦੀ। ਗਿਵਨ ਟੂ ਅ ਪਰਸਨ ਵਿਦ ਡਿਸੇਬਿਲਿਟੀਜ਼, ਕਹਿੰਦਾ ਉਹਨਾਂ ਪਰਸਨਸ ਨੂੰ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਡਿਸੇਬਿਲਿਟੀਜ਼ ਆ, ਕੋਈ ਨਾ ਕੋਈ ਉਹਨਾਂ ਦੀ ਪ੍ਰੋਬਲਮਸ ਜਿਹੜੀ ਆ ਹੈਗੀ ਹੈ। ਪ੍ਰੋਵਾਈਡਡ ਟੂ ਇੰਟੈਲੀਜੈਂਟ ਪੀਪਲ, ਇੰਟੈਲੀਜੈਂਟ ਪੀਪਲਸ ਨੂੰ ਦੇਣ ਵਾਲੀ ਹੈ, ਜਾਂ ਆਪਾਂ ਕਹਾਂਗੇ ਕੋਲਿਨਲ ਮਾਸਟਰ। ਤਾਂ ਇਹਦੇ ਵਿੱਚ ਜਿਹੜੀ ਆਪਣੇ ਕੋਲ ਆਪਸ਼ਨ ਆਏਗੀ, ਬੀ ਆਏਗੀ, ਗਿਵਨ ਟੂ ਦਾ ਡਿਸੇਬਲ ਪਰਸਨ। ਤਾਂ 16 ਦਾ ਕੀ ਆਨਸਰ ਆਏਗਾ, ਬੀ ਕੁਐਸਚਨ ਆਏਗੀ। ਕੁਐਸਚਨ ਨੰਬਰ ਆਪਣੇ ਕੋਲ ਆ ਗਿਆ 17, ਵਿਚ ਵਨ ਆਫ ਦਾ ਫੋਲੋਇੰਗ ਕਿਊਜ਼ ਡਜ਼ ਨਾਟ, ਜਿਸ ਦਾ ਲਿਖੋ ਜਿਹੜਾ ਨੀਚੇ ਡਜ਼ ਨਾਟ ਇੰਡੀਕੇਟ ਦਾ ਵਿਜ਼ੂਅਲ ਪ੍ਰੋਬਲਮ ਇਨ ਦੀ ਚਿਲਡਰਨ। ਤਾਂ ਕਿਸੇ ਬੱਚੇ ਨੂੰ ਕੁਝ ਵਿਜ਼ੂਅਲ ਪ੍ਰੋਬਲਮ ਹੈ, ਤਾਂ ਇਹਨਾਂ ਦੇ ਵਿੱਚੋਂ ਦੱਸਣਾ ਵੀ ਕਿਹੜੀ ਸਮੱਸਿਆ ਜਿਹੜੀ ਉਹ ਇਸ ਸਮੱਸਿਆ ਵੱਲ ਜਿਹੜੀ ਇਸ਼ਾਰਾ ਨਹੀਂ ਕਰਦੀ ਕਿ ਉਹਦੀ ਨਜ਼ਰ ਦੀ ਸਮੱਸਿਆ। ਕਹਿੰਦਾ ਡਿਫੀਕਲਟੀ ਟੂ ਫੋਲੋ ਦਾ ਡਾਇਰੈਕਸ਼ਨਸ, ਕਹਿੰਦਾ ਉਹ ਤੁਹਾਡੀ ਜਿਹੜੀ ਹੈਗੀ ਆ, ਆਪਾਂ ਕਹਾਂਗੇ ਹਦਾਇਤ ਨੂੰ ਪਾਲਣ ਕਰਨ ਵਿੱਚ ਕਠਿਨਾਈ ਮਹਿਸੂਸ ਕਰੇਗਾ। ਫਰੋਮਿੰਗ ਹੁੰਦਾ ਮੱਥੇ 'ਤੇ ਵੱਟ ਪਾਉਣੀ, ਜਿਹਨੂੰ ਆਪਾਂ ਕਹਿੰਦੇ ਤਿਉੜੀਆਂ ਪਾਉਣੀਆਂ, ਜਾਂ ਆਪਾਂ ਕਹਿਣਾ ਕਿ ਸਟੰਬਲਿੰਗ ਡਿੱਗਣਾ, ਠੋਕਰਾਂ ਖਾਣੀਆਂ, ਅੜ ਜਾਣਾ, ਜਾਂ ਅਨਏਬਲ ਟੂ ਐਸਟੀਮੇਟ ਡਿਸਟੈਂਸ, ਉਹ ਦੂਰੀ ਦਾ ਅਨੁਮਾਨ ਲਾਉਣ ਦੇ ਅਯੋਗ ਹੋਵੇਗਾ। ਤਾਂ ਆਹ ਤਿੰਨੇ ਤਾਂ ਬਿਲਕੁਲ ਸਹੀ ਹੈ। ਜੇ ਉਹਦੀ ਨਿਗਾਹ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਤਾਂ ਉਹ ਇਸ ਤਰ੍ਹਾਂ ਉਹ ਮਹਿਸੂਸ ਕਰੇਗਾ। ਜਿਹੜਾ ਇਹ ਆਨਸਰ ਹੈ, ਇਹ ਜ਼ਰੂਰੀ ਨਹੀਂ ਕਿ ਉਹ ਆਪਣੀ ਨਜ਼ਰਾਂ ਦੀ ਸਮੱਸਿਆ ਕਰਕੇ ਹੀ ਕਰੂਗਾ, ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ ਜਿਹੜੀ ਹਦਾਇਤਾਂ ਦੀ ਪਾਲਣਾ ਕਰਨ ਦੇ ਵਿੱਚ ਉਹ ਕਠਿਨਾਈ ਕਰਦਾ। ਤਾਂ 17 ਕੁਐਸਚਨ ਦਾ ਕੀ ਆਪਸ਼ਨ ਆਏਗਾ, ਏ। ਕੁਐਸਚਨ ਨੰਬਰ 18 ਆਪਣੇ ਕੋਲ ਕੀ ਆਏਗਾ, ਚਿਲਡਰਨ ਵਿਦ ਸਪੀਚ ਇੰਪੇਅਰਮੈਂਟ ਕੈਨ ਬੀ ਅਸਿਸਟਡ ਬਾਏ, ਜਿਨ੍ਹਾਂ ਨੂੰ ਆਪਾਂ ਕਿ ਬੋਲਣ ਦੇ ਵਿੱਚ ਜਾਂ ਬੋਲਣ ਦੇ ਵਿਕਾਰ ਵਾਲੇ ਬੱਚੇ, ਉਹਨਾਂ ਦੀ ਆਪਾਂ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹਾਂ।
ਤਾਂ ਪਹਿਲੇ ਨੰਬਰ ਤੇ ਆਪਸ਼ਨ ਦਿੱਤੀ ਇਨਕਰੇਜਿੰਗ them ਟੂ ਐਕਸਪ੍ਰੈਸ ਥਾਟਸ ਇਨ ਦੀ ਕਲਾਸਰੂਮ। ਕਹਿੰਦਾ ਕਿ ਉਹਨਾਂ ਨੂੰ ਇਨਕਰਜ ਕਰੋ ਕਿ ਆਪਣੇ ਥਾਟਸ ਜਿਹੜੇ ਕਲਾਸਰੂਮ ਦੇ ਵਿੱਚ ਵੱਧ ਤੋਂ ਵੱਧ ਦੇਣ। ਜਦੋਂ ਉਹਨਾਂ ਨੂੰ ਬੋਲਣ 'ਚ ਹੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਿਵੇਂ ਆਪਾਂ ਉਹਨਾਂ ਨੂੰ ਜਿੰਨਾ ਮਰਜ਼ੀ ਇਨਕਰਜ ਕਰ ਲਈਏ ਉਹ ਨਹੀਂ ਬੋਲੇਗਾ। ਬੀ ਆਪਸ਼ਨ ਕੀ ਹੈ, ਹੈਲਪਿੰਗ ਹਿਮ ਔਰ ਹਰ ਟੂ ਪ੍ਰੋਨਾਊਂਸ ਕਰੈਕਟ ਸਾਊਂਡਸ। ਆਪਾਂ ਕਹਿੰਦਾ ਉਹਨੂੰ ਹੈਲਪ ਕਰਾਂਗੇ ਕੋਈ ਜਿਹੜੀ ਸਾਊਂਡ ਆ ਉਹ ਪ੍ਰੋਪਰ ਬੋਲਣਾ। ਸੀ ਹੈ ਹੈਲਪਿੰਗ ਹਿਮ ਹਰ ਟੂ ਹਿਜ਼ ਹਰ ਸਪੋਕਨ ਐਰਰ, ਰੈਫਰਲ ਦੇ ਸਪੈਸ਼ਲਿਸਟ ਫਾਰ ਕੰਪਲੀਟ ਇਵੈਲੂਏਸ਼ਨਸ। ਤਾਂ ਇਹਦੇ ਵਿੱਚ ਆਨਸਰ ਜੇ ਆਪਾਂ ਸਾਰੀਆਂ ਆਪਸ਼ਨ ਦੇਖੀਏ ਤਾਂ ਆਪਾਂ ਨੂੰ ਆਨਸਰ ਏ ਹੀ ਦੇਣਾ ਪਊਗਾ, ਜਿਹੜਾ ਆਪਾਂ ਪਹਿਲਾਂ ਕਹਿ ਰਹੇ ਸੀ ਕਿ ਨਹੀਂ ਆਨਸਰ ਹੋਣਾ, ਬਟ ਇਹਨਾਂ ਸਾਰਿਆਂ ਆਪਸ਼ਨ ਦੇ ਵਿੱਚੋਂ ਏ ਜ਼ਿਆਦਾ ਬੈਟਰ ਆ। ਤਾਂ ਇੱਕ ਗੱਲ ਇਹ ਕਲੀਅਰ ਹੈ ਕਿ ਜਿਹੜਾ ਕੁਐਸਚਨ ਪੀਅਰ ਕਮਿਊਨੀਕੇਸ਼ਨ 'ਤੇ ਆਉਂਦਾ, ਜਿਹੜਾ ਕਲਾਸ ਦੇ ਡਿਸਕਸ਼ਨ 'ਤੇ ਆਉਂਦਾ, ਉਹ ਜਿਹੜੀ ਹੈਗੀ ਆ ਉਹ ਹਮੇਸ਼ਾ ਕਾਰਨ ਇਹ ਹੈ ਵੀ ਜਿਹੜਾ ਬੱਚਾ ਆ ਉਹ ਆਪਣੇ ਜਿੰਨਾ ਵੱਧ ਤੋਂ ਵੱਧ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਹੁੰਦਾ ਹੈ ਉਹ ਆਪਣੇ ਕਲਾਸਮੇਟਸ ਤੋਂ ਸਭ ਤੋਂ ਜ਼ਿਆਦਾ ਸਿੱਖਦਾ, ਟੀਚਰ ਨਾਲੋਂ ਵੀ ਜ਼ਿਆਦਾ। ਤਾਂ ਇਸ ਕਰਕੇ ਇਹ ਆਨਸਰ ਪੋਜ਼ਿਟਿਵਲੀ ਆਪਾਂ ਨੂੰ ਜ਼ਿਆਦਾ ਆਪਸ਼ਨ ਦੇ ਵਿੱਚ ਜਿਹੜਾ ਇਹ ਆਨਸਰ ਹੁੰਦਾ ਇਹ ਹੀ ਰਾਈਟ ਹੁੰਦਾ ਆ। ਕੁਐਸਚਨ ਨੰਬਰ ਆਪਣੇ ਕੋਲੇ ਕੀ ਆ ਗਿਆ, ਕੁਐਸਚਨ ਨੰਬਰ 18th ਹੋ ਗਿਆ। 19th ਆ ਜੋ ਦਾ ਗਿਫਟਡ ਚਾਈਲਡ, ਜਿਹੜੇ ਗਿਫਟਡ ਚਾਈਲਡ ਹੁੰਦੇ ਆ ਕੀ ਨਿਸ਼ਾਨੀ ਹੁੰਦੀ ਹੈ, ਲਰਨ ਦਾ ਰੈਪਿਡਲੀ ਈਜ਼ੀਲੀ, ਬੜੀ ਜਲਦੀ ਤੇ ਤੇਜ਼ੀ ਨਾਲ ਸਿੱਖਦੇ ਆ। ਰਿਟੇਨ ਵਟ ਹੀ ਜਾਂ ਸ਼ੀ ਹੈਜ਼ ਹਰਡ ਔਰ ਰੀਡ ਵਿਦਾਊਟ ਮੱਚ ਰੋਟ, ਕਹਿੰਦੇ ਕਿ ਉਹ ਬੜੇ ਹੀ ਦੂਜਾ ਰੈਸ਼ਨਲਾਈਜ਼ ਤਰੀਕੇ ਨਾਲ ਸੋਚਦੇ ਆ, ਉਸਨੇ ਜੋ ਕੁਝ ਸੁਣਿਆ ਜਾਂ ਪੜ੍ਹਿਆ ਹੁੰਦਾ ਉਹਨੂੰ ਬਹੁਤ ਰੱਟੇ ਤੋਂ ਬਿਨਾਂ ਹੀ ਯਾਦ ਕਰ ਲੈਂਦਾ। ਕਹਿੰਦਾ ਰੀਜ਼ਨ ਥਿੰਗਸ ਆਊਟ, ਉਹ ਚੀਜ਼ ਨੂੰ ਤਰਕ ਤੇ ਪਰਖਦਾ। ਤਾਂ ਅਬਾਲ ਆਫ ਬਾਬ, ਤਾਂ ਗਿਫਟਡ ਚਾਈਲਡ ਦੀ ਇਹ ਸਾਰੀਆਂ ਕੀ ਹੁੰਦੀਆਂ ਗੁਣ ਸਾਰੇ ਹੁੰਦੇ। ਆਲ ਆਫ ਦਾ ਬਾਬ ਜਿਹੜਾ 19 ਦਾ ਆਨਸਰ ਡੀ ਆਪਸ਼ਨ ਆਏਗੀ। ਕੁਐਸਚਨ ਨੰਬਰ 20 ਕੀ ਹੈ, ਸਲੋ ਲਰਨਰ ਹੂਜ਼ ਐਜੂਕੇਸ਼ਨ ਅਟੇਨਮੈਂਟ ਫਾਲਸ ਬਿਲੋ ਦੇਅਰ ਨੈਚੁਰਲ ਐਬਿਲਿਟੀ ਆਰ ਲੇਬਲਡ ਐਜ਼। ਕਹਿੰਦੇ ਕਿ ਉਹ ਜਿਹੜੇ ਸਲੋ ਲਰਨਰ ਹੁੰਦੇ ਆ ਜਿਨ੍ਹਾਂ ਦੀ ਐਜੂਕੇਸ਼ਨ ਜਾਂ ਸਿੱਖਣ ਦੀ ਜਿਹੜੀ ਐਬਿਲਿਟੀ ਹੈ ਉਹ ਨੈਚੁਰਲ ਐਬਿਲਿਟੀ ਤੋਂ ਘੱਟ ਹੁੰਦੀ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਬੈਕਵਰਡ ਬੋਲਦੇ ਹਾਂ, ਗਿਫਟਡ ਬੋਲਦੇ ਹਾਂ, ਜੁਵੇਨਲ ਬੋਲਦੇ ਹਾਂ, ਜਾਂ ਮੈਂਟਲੀ ਰਿਟਾਰਡਡ। ਮੈਂਟਲੀ ਰਿਟਾਰਡਡ ਤਾਂ ਹੋਣਾ ਹੀ ਨਹੀਂ ਕਿਉਂਕਿ ਉਹ ਨੈਚੁਰਲ ਐਬਿਲਿਟੀ ਤੋਂ ਹੀ ਘੱਟ ਹੈ, ਗਿਫਟਡ ਵੀ ਨਹੀਂ ਹੋਣਾ ਔਰ ਜੁਵੇਨਲ ਡੈਲੀਕੁਐਂਟ ਵੀ ਨਹੀਂ ਆਏਗਾ। ਤਾਂ ਇਹਦੀ ਆਨਸਰ ਕੀ ਆਏਗਾ, ਇਹ ਆਪਾਂ ਨੂੰ ਕੀ ਬੋਲਾਂਗੇ, ਬੈਕਵਰਡ ਜਿਹੜੇ ਹੁੰਦੇ ਆ, ਜਿਹੜੇ ਆਪਣਾ ਨੈਚੁਰਲ ਜਿਹੜੇ ਦੂਜੇ ਬੱਚਿਆਂ ਨਾਲ ਐਵਰੇਜ ਬੱਚਿਆਂ ਨਾਲੋਂ ਵੀ ਥੱਲੇ ਹੁੰਦੇ ਆ, ਤਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਆ, ਇਹ ਬੈਕਵਰਡ ਆਪਸ਼ਨਸ। ਕੁਐਸਚਨ ਨੰਬਰ 21 ਕੀ ਹੈ, ਵੈਨ ਡਿਲੀਵਰਿੰਗ ਐਨ ਇਫੈਕਟਿਵ ਲੈਕਚਰ ਇਨ ਕਲਾਸਰੂਮ ਇਹ ਟੀਚਰ। ਕਹਿੰਦਾ ਕਿ ਜੋ ਤੁਸੀਂ ਇੱਕ ਵਧੀਆ ਲੈਕਚਰ ਡਿਲੀਵਰ ਕਰਨਾ ਤਾਂ ਤੁਹਾਨੂੰ ਕੀ ਇੱਕ ਟੀਚਰ ਦੇ ਤਾਂ ਕੀ ਹੋਣਾ ਚਾਹੀਦਾ, ਇਸਟੈਬਲਿਸ਼ਸ ਐਂਡ ਆਈ ਕੰਟੈਕਟ, ਉਹਦੇ ਅੱਖਾਂ ਦੇ ਨਾਲ ਸੰਪਰਕ ਸਥਾਪਨਾ ਬੱਚਿਆਂ ਦੇ ਨਾਲ, ਜਾਂ ਇੰਪਲਾਈਜ਼ ਦਾ ਮੀਨਿੰਗਫੁਲ ਗੈਸਚਰ, ਜਾਂ ਸਟੈਂਡ ਸਟੇਸ਼ਨਰੀ ਔਨ ਲੈਕਚਰ ਸਟੈਂਡ 'ਤੇ ਸਿੱਧੇ ਇਕੱਲੇ ਖੜੇ ਰਹੋ। ਆਪਦੀ ਵੇਰੀਜ਼ ਦਾ ਪਿਚ ਐਂਡ ਟੂਨਸ, ਆਪਣੀ ਜਿਹੜੀ ਆਵਾਜ਼ ਆ ਉਹਦੀ ਜਿਹੜੀ ਤੀਬਰਤਾ ਵੱਧ ਘੱਟ ਕਰੋ। ਤਾਂ ਸਭ ਤੋਂ ਬੈਸਟ ਆਪਸ਼ਨ ਇਹਦੇ ਵਿੱਚ ਆਊਗੀ ਇੰਪਲਾਈ ਦਾ ਮੀਨਿੰਗਫੁਲ ਗੈਸਚਰ। ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਪੂਰਨ ਸੰਕੇਤਾਂ ਦਾ ਪ੍ਰਯੋਗ ਕਰਨਾ ਚਾਹੀਦਾ। ਜਿਹੜੀ ਗੱਲ ਆਪਾਂ ਨੂੰ ਸਮਝਾ ਰਹੇ ਹਾਂ ਉਸ ਵੇ ਦੇ ਨਾਲ ਉਹਨੂੰ ਆਪਾਂ ਜਿਹੜੇ ਸੰਕੇਤ ਵੀ ਆ ਹੱਥਾਂ ਦੇ, ਤੁਹਾਡੀ ਬੋਡੀ ਦਾ ਸੰਕੇਤ ਵੀ ਉਸ ਤਰੀਕੇ ਦਾ ਹੋਣਾ ਚਾਹੀਦਾ। ਕੁਐਸਚਨ ਨੰਬਰ 22 ਕੀ ਹੈ, ਐਨ ਐਗਜ਼ਾਮਪਲ ਆਫ ਮੀਡੀਆ ਦੈਟ ਟਰਾਂਸਪੋਰਟਸ ਲਰਨਰ ਟੂ ਰਿਮੋਟ ਬਾਏ ਮੀਨਸ ਆਫ ਵਿਜ਼ੂਅਲ ਰਿਪੋਰਟਸ। ਕਹਿੰਦਾ ਉਹ ਮਾਧਿਅਮ ਦੀ ਉਦਾਹਰਨ ਕਿਹੜੀ ਹੇਠ ਲਿਖਿਆਂ ਦੇ ਵਿੱਚੋਂ ਜਿਹੜੀ ਵਿਦਿਆਰਥੀਆਂ ਨੂੰ ਕੀ ਕਰਦੀ, ਦੇਖਣਯੋਗ ਰਿਪੋਰਟਾਂ ਦੇ ਸਾਧਨਾਂ ਰਾਹੀਂ ਬਹੁਤ ਦੂਰ ਦੀਆਂ ਜਿਹੜੀਆਂ ਦੇਖਣਯੋਗ ਕੋਈ ਵੀ ਆਪਣੇ ਕੋਲੇ ਜਿਹੜਾ ਸਾਧਨ ਹੈ ਉਹਦੇ ਨਾਲ ਕੀ ਆਪਾਂ ਦੂਰ ਦੀ ਕਹਿ ਲਓ ਕਿ ਆਪਾਂ ਨੂੰ ਦੱਸਦਾ ਆ ਜਿਹੜੀਆਂ ਸੰਸਥਾਵਾਂ ਜਿਹੜੀਆਂ ਥਾਵਾਂ 'ਤੇ ਆਪਾਂ ਕਹਿ ਲਓ ਕਿ ਪਹੁੰਚ ਨਹੀਂ ਸਕਦੇ, ਬਟ ਉਹਨੂੰ ਵੀ ਉਹ ਵਿਜ਼ੂਅਲਾਈਜ਼ ਕਰਕੇ ਦੱਸਦਾ। ਤਾਂ ਉਹ ਆਪਣੇ ਕੋਲ ਕੀ ਆ ਜਾਊਗਾ, ਐਜੂਕੇਸ਼ਨਲ ਟੈਲੀਵਿਜ਼ਨ। ਤਾਂ ਇਹਦੇ ਵਿੱਚ ਐਜੂਕੇਸ਼ਨ ਬਰੋਡਕਾਸਟ ਦਿੱਤਾ, ਓਵਰਹੈਡ ਪ੍ਰੋਜੈਕਟਰ ਦਿੱਤਾ ਹੋਇਆ, ਬਟ ਆਪਾਂ ਨੂੰ ਐਟ ਏ ਟਾਈਮ ਸਭ ਤੋਂ ਬੈਸਟ ਆਪਣੇ 'ਚ ਆਪਸ਼ਨ ਰਹੇਗੀ ਏ ਐਜੂਕੇਸ਼ਨਲ ਟੈਲੀਵਿਜ਼ਨ। ਕੁਐਸਚਨ ਨੰਬਰ 22 ਦੀ ਏ ਆਪਸ਼ਨ ਆਏਗੀ। ਉਸ ਤੋਂ ਬਾਅਦ ਕੁਐਸਚਨ ਨੰਬਰ 23 ਕਮਿਊਨੀਕੇਸ਼ਨ ਵਿਦ ਸਟੂਡੈਂਟ ਮੀਨਸ ਆਸਕ ਦੈਮ ਟੂ ਡੂ ਏ ਟਾਸਕ। ਸਟੂਡੈਂਟਾਂ ਨਾਲ ਕਮਿਊਨੀਕੇਸ਼ਨ ਕਰਨ ਦਾ ਕੀ ਮਤਲਬ ਹੁੰਦਾ ਕਿ ਉਹਨਾਂ ਨੂੰ ਕਹਿਣਾ ਕਿ ਤੁਸੀਂ ਕੀ ਕਰੋ, ਕਿਸੇ ਟਾਸਕ ਨੂੰ ਪੂਰਾ ਕਰੋ, ਆਈਡੀਆ ਨੂੰ ਐਕਸਚੇਂਜ ਕਰੋ, ਗਿਵਿੰਗ ਦੈਮ ਡਾਇਰੈਕਸ਼ਨਸ, ਉਹਨਾਂ ਨੂੰ ਆਪਾਂ ਰਸਤਾ ਕਹਿ ਲਓ ਕਿ ਉਹਨਾਂ ਨੂੰ ਆਪਾਂ ਜਿਹੜਾ ਕੀ ਕਰਦੇ ਹਾਂ ਹਦਾਇਤਾਂ ਦਿੰਦੇ ਹਾਂ। ਤਾਂ ਉਹਨਾਂ ਨੂੰ ਇਨਫੋਰਮਿੰਗ ਦੈਮ ਆਫ ਯੂਰ ਆਈਡੀਆਜ਼, ਆਪਣੇ ਜਿਹੜੇ ਵਿਚਾਰ ਉਹਨਾਂ ਤੋਂ ਸੂਚਿਤ ਕਰਨਾ। ਅਸਲ ਦੇ ਵਿੱਚ ਫਿਰ ਉਹੀ ਆਨਸਰ ਆ ਗਿਆ ਕਿ ਕਮਿਊਨੀਕੇਸ਼ਨ ਦਾ ਮਤਲਬ ਐਕਸਚੇਂਜਸ ਆਫ ਆਈਡੀਆਜ਼। ਇਕੱਲਾ ਤੁਸੀਂ ਨਹੀਂ ਕੁਛ ਕਹਿਣਾ, ਉਹਨਾਂ ਦੀ ਵੀ ਸੁਣਨੀ ਆ, ਆਈਡੀਆ ਨੂੰ ਐਕਸਚੇਂਜ ਕਰਨਾ। ਤਾਂ ਇਸ ਦਾ ਆਨਸਰ ਕੀ ਆਏਗਾ, ਬੀ ਆਪਸ਼ਨ ਐਕਸਚੇਂਜਸ ਆਫ ਆਈਡੀਆ। ਕੁਐਸਚਨ ਨੰਬਰ ਬੀ ਆਪਸ਼ਨ ਹੈ। ਕੁਐਸਚਨ ਨੰਬਰ 24 ਦ ਫਸਟ ਸਟੇਜ ਇਨ ਦੀ ਲਰਨਿੰਗ ਆਫ ਸਕਿੱਲ ਇਜ਼
ਪ੍ਰੈਸੀਜਨ, ਮੈਨੀਪੂਲੇਸ਼ਨ, ਕੋਆਰਡੀਨੇਸ਼ਨ ਜਾਂ ਇਮੀਟੇਸ਼ਨਸ। ਤਾਂ ਇਹਦੇ ਵਿੱਚ ਕੀ ਆਪਾਂ ਜਿੰਨੀਆਂ ਵੀ ਥਿਊਰੀਜ਼ ਅੱਗੇ ਵੀ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਕੀ ਹੁੰਦੀ ਇਮੀਟੇਸ਼ਨਸ ਹੁੰਦੀ, ਅਨੁਕਰਨ ਕਰਦੇ ਹਾਂ ਆਪਾਂ। ਮੈਨੀਪੂਲੇਸ਼ਨ ਅਤੇ ਕੋਆਰਡੀਨੇਸ਼ਨ ਤਾਂ ਬਾਅਦ ਦੀ ਗੱਲ ਹੈ ਕੋਈ ਵੀ ਆਪਾਂ ਸਕਿੱਲ ਸਿੱਖਣ ਤੋਂ ਪਹਿਲਾਂ। ਕੁਐਸਚਨ ਨੰਬਰ 25, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਐਗਜ਼ਾਮਪਲ ਆਫ ਕੰਕਰੀਟ ਕੰਸੈਪਟ। ਕੰਕਰੀਟ ਜਿਹਨੂੰ ਆਪਾਂ ਬੋਲਦੇ ਹਾਂ ਮੂਰਤ, ਠੀਕ ਹੈ, ਮੂਰਤ ਬੋਲਦੇ ਹਾਂ ਨਾ, ਤਾਂ ਕਿਹੜਾ ਮੂਰਤ ਕੰਸੈਪਟ ਨਹੀਂ, ਮੂਰਤ ਅਤੇ ਅਮੂਰਤ ਅਬਸਟਰੈਕਟ ਹੁੰਦਾ ਅਮੂਰਤ। ਤਾਂ ਜਿਵੇਂ ਆ ਬੱਚੇ ਨੂੰ ਆਪਾਂ ਐਕਸਪਲੇਨ ਕਰਨਾ ਹੋਵੇ ਐਬਿਲਿਟੀ, ਫੋਰਸ, ਚੇਅਰ ਦੇ ਮੋਸ਼ਨ, ਤਾਂ ਆਪਾਂ ਨੂੰ ਪਤਾ ਜਿਵੇਂ ਆ ਫੋਰਸ ਆਪਾਂ ਬੱਚੇ ਨੂੰ ਪੁਸ਼ ਜਾਂ ਪੁੱਲ ਕਰਕੇ ਦਿਖਾ ਦਾਂਗੇ, ਧੱਕ ਕੇ ਜਾਂ ਖਿੱਚ ਕੇ ਵੀ ਇਹਨੂੰ ਫੋਰਸ ਬੋਲਦੇ ਆ, ਜਾਂ ਆਪਾਂ ਚੇਅਰ ਵੀ ਦਿਖਾ ਸਕਦੇ ਹਾਂ। ਫਿਰ ਆਪਾਂ ਮੋਸ਼ਨਸ ਵੀ ਜੋ ਮੂਵ ਕਰਦਾ, ਤਾਂ ਇਹਦੇ ਵਿੱਚ ਆਪਣੇ ਕੋਲ ਆਨਸਰ ਆਊਗਾ ਐਬਿਲਿਟੀ। ਐਬਿਲਿਟੀ ਨੂੰ ਆਪਾਂ ਕਿਵੇਂ ਐਕਸਪਲੇਨ ਕਰਾਂਗੇ, ਤਾਂ ਧਿਆਨ ਨਾਲ ਨੋਟ ਕਰਿਓ। ਆਹ ਵਾਲੀਆਂ ਜਿਹੜੀਆਂ ਤਿੰਨ ਆਪਣੇ ਕੋਲ ਸੀਗੀਆਂ ਇਹ ਤਾਂ ਹੈਗੀਆਂ ਅਬਸਟਰੈਕਟ, ਕੰਕਰੀਟ, ਕਿਹੜੀਆਂ ਹੈਗੀਆਂ ਕੰਕਰੀਟ, ਮੂਰਤ ਹੈ। ਤਾਂ ਆਹ ਇਕੱਲੀ ਕੀ ਹੈ ਅਮੂਰਤ ਹੈ। ਅਬਸਟਰੈਕਟ ਆਪਣੇ ਕੋਲ ਕੀ ਆ ਜਾਂਦੀ ਹੈ ਐਬਿਲਿਟੀ ਆ ਜਾਂਦੀ ਹੈ। ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈਗਾ ਆ, ਕੁਐਸਚਨ ਨੰਬਰ 26, ਦਾ ਰੀਡਿੰਗ ਟੈਕਨੀਕਸ ਦੈਟ ਵੁੱਡ ਬੀ ਇੰਪਲਾਇਡ ਨਹੀਂ ਹੈਗਾ, ਆਈ ਨਾਲ ਆਏਗਾ। ਆਈ ਥਿੰਕ ਇਹ ਮਿਸਟੇਕ ਹੋ ਸਕਦੀ ਆ, ਦੂਜੀ ਟਾਈਪਿੰਗ। ਟੂ ਲੋਕੇਟ ਦਾ ਟਰਮ ਵਿਦ ਰੈਫਰੈਂਸ ਇਨ ਦੀ ਇੰਡੈਕਸ ਟੂ ਇਟਸ ਆਲਸੋ ਮੇ ਬੀ, ਠੀਕ ਹੈ, ਮਿਸਟੇਕ ਹੋ ਸਕਦੀ ਹੈ। ਕੇ ਰੀਡਿੰਗ ਹੈ, ਰੀ ਰੀਡਿੰਗ ਹੈ, ਜਾਂ ਸਕਿਮਿੰਗ ਹੈ, ਜਾਂ ਸਕੈਨਿੰਗ ਆ। ਤਾਂ ਟੋਟਲੀ ਇਸ ਕੁਐਸਚਨ ਦਾ ਆਨਸਰ ਕੀ ਆਏਗਾ ਆਪਣੇ ਕੋਲੇ ਸੀ ਆਏਗਾ 26 ਦਾ ਸਕੈਨਿੰਗ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ, ਕੁਐਸਚਨ ਨੰਬਰ 27, ਮੋਟੀਵੇਸ਼ਨ ਬਿਗਿਨਸ ਵਿਦ ਨੀਡਸ ਐਗਜ਼ਿਸਟ ਇਨ ਆਲ ਆਫ ਅਸ, ਦਾ ਨੀਡ ਦੈਟ ਦਾ ਸਟੂਡੈਂਟ ਵੁੱਡ ਟੈਂਡ ਟੂ ਫੁਲਫਿਲ ਫਸਟ ਪਰਟੇਨ ਟੂ। ਕਹਿੰਦਾ ਕਿ ਆਪਾਂ ਨੂੰ ਪਤਾ ਜਿਹੜੀ ਮੋਟੀਵੇਸ਼ਨ ਹੁੰਦੀ ਆ ਉਹ ਕੀ ਹੁੰਦੀ ਆ ਆਪਣੇ ਕੋਲੇ, ਆਪਣੇ ਸਾਰਿਆਂ ਕੋਲ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ, ਜਦੋਂ ਆਪਾਂ ਕਿਸੇ ਲੋੜ ਨੂੰ ਪੂਰਾ ਕਰਨਾ ਹੁੰਦਾ ਤਾਂ ਆਪਾਂ ਮੋਟੀਵੇਟ ਹੁੰਦੇ ਕਿਸੇ ਕੰਮ ਨੂੰ ਕਰਨ ਦੇ ਲਈ। ਤਾਂ ਇੱਕ ਸਟੂਡੈਂਟ ਦੀ ਲੋੜ ਹੁੰਦੀ ਸਭ ਤੋਂ ਪਹਿਲਾਂ ਕਿਹਦੇ ਨਾਲ ਸੰਬੰਧ ਰੱਖਦੀ, ਉਹਦੀ ਸਟੀਮ ਦੇ ਨਾਲ, ਉਹਦੇ ਮਾਨ ਸਨਮਾਨ ਦੇ ਨਾਲ, ਜਾਂ ਫਿਜ਼ੀਓਲੋਜੀ ਆਉਂਦੀ ਆ, ਸੋਸ਼ਲ ਜਾਂ ਸੈਲਫ ਐਕਚੁਅਲਾਈਜੇਸ਼ਨ। ਤਾਂ ਇਹ ਐਜ ਏ ਸਟੂਡੈਂਟ ਲੈਵਲ 'ਤੇ ਉਹ ਸਿਰਫ ਸਰੀਰਕ ਤੌਰ 'ਤੇ ਹੀ ਜਿਹੜੀ ਆ ਉਹ ਫਸਟ ਪਰਟੇਨ ਹੁੰਦੀ, ਨਾਲ ਸੰਬੰਧਿਤ ਹੁੰਦੀ ਹੈ, ਪਹਿਲ ਦੇ ਆਧਾਰ 'ਤੇ ਜਿਹੜੀ ਉਹਦੀ ਮੋਟੀਵੇਸ਼ਨ ਉਹਨੂੰ ਮਿਲਦੀ ਹੈ। ਤਾਂ ਸਰੀਰਕ ਤੌਰ 'ਤੇ ਦਾ ਆਨਸਰ ਕੀ ਆਏਗਾ 27। ਕੁਐਸਚਨ ਨੰਬਰ 28, ਫਸਟ ਇੰਟਰੋਡਿਊਸਿੰਗ ਏ ਟੋਪਿਕ ਇਨ ਕਲਾਸਰੂਮ, ਵਟ ਐਕਟੀਵਿਟੀ ਸ਼ੁੱਡ ਏ ਟੀਚਰ ਡੂ ਫਸਟ ਫਾਰ ਇੰਟਰੋਡਿਊਸਿੰਗ ਏ ਟੋਪਿਕ। ਕਹਿੰਦਾ ਅਗਰ ਕਲਾਸਰੂਮ ਦੇ ਵਿੱਚ ਆਪਾਂ ਕੋਈ ਟੋਪਿਕ ਨੂੰ ਕਿਸੇ ਨੂੰ ਸ਼ੁਰੂ ਕਰਨਾ, ਇੰਟਰੋਡਿਊਸ ਕਰਨਾ, ਤਾਂ ਟੀਚਰ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ, ਐਕਸਪਲੇਨ ਦਾ ਰੈਸ਼ਨਲਾਈਜ਼, ਕੀ ਕਰਨਾ ਚਾਹੀਦਾ, ਕਹਿੰਦਾ ਕਿ ਉਹਨੂੰ ਕੀ ਤਰਕ ਆਧਾਰ 'ਤੇ ਪਹਿਲਾਂ ਹੀ ਵਿਆਖਿਆ ਕਰੇ, ਇਨਫੋਰਮ ਦਾ ਆਬਜੈਕਟਿਵ ਜਿਹੜੇ ਕੀ ਆ ਉਹਨੂੰ ਇਨਫੋਰਮ ਕਰੇ। ਨੈਕਸਟ ਕੀ ਹੈ ਟੈਲ ਦਾ ਟੋਪਿਕ ਔਰਲੀ, ਟੋਪਿਕ ਬਾਰੇ ਜ਼ਬਾਨੀ ਉਹਨੂੰ ਦੱਸੇ। ਫਿਰ ਕੀ ਆਪਣੇ ਕੋਲ ਆਉਂਦਾ ਰਾਈਟ ਦਾ ਟੋਪਿਕ ਆਉਂਦਾ ਚਾਕ ਬੋਰਡ ਦੇ ਉੱਪਰ ਪਹਿਲਾਂ ਟੋਪਿਕ ਲਿਖਦੇ। ਤਾਂ ਆਪਾਂ ਨੂੰ ਪਤਾ ਕਿ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਕਿ ਕਿਸੇ ਗੱਲ ਨੂੰ ਜੋ ਲੈਕਚਰ ਨੂੰ ਸ਼ੁਰੂ ਕਰਨਾ ਹੈ ਤਾਂ ਆਪਾਂ ਉਹਦੀ ਥੋੜ੍ਹੀ ਜਿਹੀ ਕਿਸੇ ਪੁਆਇੰਟ ਆਫ ਵਿਊ 'ਤੇ ਲਿਆਉਣ ਵਾਸਤੇ ਉਹਨੂੰ ਆਪਾਂ ਤਰਕ ਦੇ ਆਧਾਰ 'ਤੇ ਜਿਹੜੀ ਉਹਦੀ ਵਿਆਖਿਆ ਕਰਨੀ ਚਾਹੀਦੀ, ਥੋੜ੍ਹੀ ਵਿਆਖਿਆ ਕਰਨੀ ਆਪਾਂ, ਉਹ ਵੀ ਕਿਸੇ ਰੈਸ਼ਨਲਾਈਜ਼ ਤਰੀਕੇ ਦੇ ਨਾਲ। ਕੁਐਸਚਨ ਨੰਬਰ ਇਹਦੀ 28 ਦਾ ਆਨਸਰ ਆਏਗਾ ਏ। ਉਸ ਤੋਂ ਬਾਅਦ ਆਏਗਾ 29 ਕੁਐਸਚਨ ਕੀ ਹੈ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਰੀਇਨਫੋਰਸਮੈਂਟ। ਤਾਂ ਥੱਲੇ ਸਟੇਟਮੈਂਟ ਦਿੱਤੀਆਂ 4 ਵੀ ਤੁਸੀਂ ਕਿਸੇ ਬੱਚੇ ਨੂੰ ਆਨਸਰ ਦੇ ਰਹੇ ਹੋ, ਜਾਂ ਕਹਿ ਲਓ ਕਿ ਕਿਸੇ ਬੱਚੇ ਨੇ ਤੁਹਾਨੂੰ ਕੁਐਸਚਨ ਦਿਖਾਇਆ, ਤੁਸੀਂ ਉਹਨੂੰ ਰੀਇਨਫੋਰਸਮੈਂਟ 4 ਵਰਡਾਂ ਦੇ ਵਿੱਚ, ਪਹਿਲਾ ਹੈਗਾ ਨੋ ਲੱਤਾ, ਦਾ ਆਨਸਰ ਇਜ਼ ਨਾਟ 45, ਨਹੀਂ ਲੱਤਾ ਤਾਂ ਤੁਹਾਡਾ ਆਨਸਰ 45 ਨਹੀਂ। ਇੱਕ ਤਾਂ ਆਪਾਂ ਐਂ ਕਵਾਂਗੇ, ਇੱਕ ਜਿਵੇਂ ਸੈਕਿੰਡ ਆਪਾਂ ਕਿਸੇ ਬੱਚੇ ਨੂੰ ਕਿਹਾ ਕਮਲਾ, ਕਾਂਟ ਯੂ ਹੈਲਪ ਦਾ ਕੀਰਤੀ ਵਿਦਿਹਾਰ ਆਨਸਰ, ਕਿ ਤੁਸੀਂ ਕੀਰਤੀ ਦੀ ਹੈਲਪ ਨਹੀਂ ਕਰ ਸਕਦੇ ਉਹਦਾ ਆਨਸਰ ਦੇ ਵਿੱਚ। ਨੈਕਸਟ ਸੀ ਉਹ ਨੋ ਐਜ਼ ਯੂਜ਼ਲ ਯੂ ਆਰ ਰੋਂਗ, ਤਾਂ ਹਮੇਸ਼ਾ ਹੀ ਤਰ੍ਹਾਂ ਤੁਸੀਂ ਗਲਤ ਹੋ। ਅਤੇ ਚੌਥਾ ਕੀ ਹੈ ਸੁਨੀਤੀ ਯੂ ਹੈਵ ਸੈਡ ਰਾਈਟਲੀ, ਤਾਂ ਸੁਨੀਤੀ ਤੁਸੀਂ ਠੀਕ ਹੀ ਕਿਹਾ। ਤਾਂ ਇਹਨਾਂ ਤਿੰਨਾਂ ਪਹਿਲੀਆਂ ਆਪਸ਼ਨਾਂ ਦੇ ਵਿੱਚ ਨੈਗੇਟਿਵਲੀ ਗੱਲ ਕੀਤੀ ਹੋਈ ਹੈ, ਤਾਂ ਇਹ ਰੀਇਨਫੋਰਸਮੈਂਟ ਨਹੀਂ ਹੋਊਗੀ। ਤਾਂ ਡੀ ਆਪਸ਼ਨ ਆਏਗੀ ਸੁਨੀਤੀ ਯੂ ਹੈਵ ਸੈਡ ਰਾਈਟਲੀ, ਤਾਂ ਤੁਸੀਂ ਸਹੀ ਕਿਹਾ, ਤਾਂ ਤੁਹਾਡੀ ਜਿਹੜੀ ਆਪਸ਼ਨ ਹੈ ਡੀ ਇਜ਼ ਦਾ ਰਾਈਟ ਆਨਸਰ। ਦੈਨ ਕੁਐਸਚਨ ਨੰਬਰ 30, ਸੈਲਫ ਸਟੱਡੀ ਹੈਬਿਟ ਕੈਨ ਬੀ ਡਿਵੈਲਪਡ ਇਨ ਚਿਲਡਰਨ ਬਾਏ, ਤਾਂ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਜੇ ਆਪਾਂ ਹੈਬਿਟ ਪਾਉਣੀ ਤਾਂ ਕਿਵੇਂ ਕਰਾਂਗੇ। ਸਿਟਿੰਗ ਐਗਜ਼ਾਮਪਲ ਆਫ ਗ੍ਰੇਟ ਪੀਪਲ, ਆਪਾਂ ਕਹਾਂਗੇ ਕਿ ਜਿਹੜੇ ਗ੍ਰੇਟ ਪੀਪਲ ਕਿਵੇਂ ਕਿੰਨਾ ਚਿਰ ਬੈਠ ਕੇ ਪੜ੍ਹਦੇ ਸੀ ਉਹਨਾਂ ਦੀ ਐਗਜ਼ਾਮਪਲ ਦੇਵਾਂਗੇ। ਗਿਵਿੰਗ ਲੈਕਚਰ ਔਨ ਸੈਲਫ ਸਟੱਡੀ,
ਜਿਹੜੇ ਆਪਣੇ ਸੈਲਫ ਸਟੱਡੀ ਦੀ ਤੇ ਉੱਪਰ ਕੋਈ ਨਾ ਕੋਈ ਆਪਾਂ ਨੂੰ ਲੈਕਚਰ ਦੇਵਾਂਗੇ, ਜਾਂ ਗਿਵਿੰਗ ਯੂਰ ਓਨ ਐਗਜ਼ਾਮਪਲ ਜਾਂ ਆਪਣੀਆਂ ਐਗਜ਼ਾਮਪਲ ਦੇਵਾਂਗੇ, ਜਾਂ ਮੇਕਿੰਗ ਨਿਊ ਲਿਟਰੇਚਰ ਅਵੇਲੇਬਲ, ਜਾਂ ਉਹਨਾਂ ਨੂੰ ਆਪਾਂ ਨਵਾਂ ਲਿਟਰੇਚਰ ਜਿਹੜਾ ਲਿਆ ਕੇ ਦੇਵਾਂਗੇ। ਤਾਂ ਇਹਨਾਂ ਸਾਰਿਆਂ ਤੋਂ ਕਲੀਅਰ ਹੈ ਕਿ ਜਦੋਂ ਨਵੀਂ ਚੀਜ਼ ਆਊਗੀ ਉਦੋਂ ਨਵੇਂ ਲਿਟਰੇਚਰ ਨੂੰ ਪੜ੍ਹਨ ਵਾਸਤੇ ਬੱਚਾ ਜ਼ਿਆਦਾ ਸਮਾਂ ਬੈਠੂਗਾ ਅਤੇ ਹੌਲੀ ਹੌਲੀ ਉਹਦੇ ਵਿੱਚ ਜਿਹੜੀ ਹੈ ਸਿਟਿੰਗ ਜਿਹੜੀ ਹੈ ਹੈਬਿਟ ਉਹ ਡਿਵੈਲਪ ਹੋਏਗੀ। ਤਾਂ 30 ਦਾ ਕੁਐਸਚਨ ਕੀ ਆਨਸਰ ਕੀ ਆਏਗਾ? ਡੀ। ਤਾਂ ਇਹਦੇ ਨਾਲ ਜਿਹੜਾ ਪੇਪਰ 2011 ਵਾਲਾ ਸੀਗਾ, ਇਹ ਸਭ ਤੋਂ ਪਹਿਲਾ ਟੈਟ ਦਾ ਪੇਪਰ ਸੀ। ਜਦੋਂ ਟੈਟ ਸ਼ੁਰੂ ਹੋਇਆ ਸੀ 2011 ਦੇ ਵਿੱਚ, ਤਾਂ ਇਹ ਸਭ ਤੋਂ ਪਹਿਲਾਂ ਪੇਪਰ ਹੋਇਆ ਸੀ। ਉਸ ਸਮੇਂ ਸਮਾਂ ਵੀ ਜਿਹੜਾ ਹੁੰਦਾ ਸੀ ਪੇਪਰ ਦਾ, ਉਹ 1 ਘੰਟਾ ਇਸ ਤੋਂ ਘੱਟ ਹੁੰਦਾ ਸੀਗਾ। ਔਰ ਇਹ ਪੇਪਰ ਜਿਹੜਾ ਸੀਗਾ ਇਹਦੇ ਵਿੱਚ ਥੋੜ੍ਹੇ ਜਿਹੇ ਜਿਹੜੀਆਂ ਟਰਮਾਂ ਦਿੱਤੀਆਂ ਹੋਈਆਂ ਇਨੀਸ਼ੀਅਲੀ ਟਰਮਸ ਨੇ, ਉਸ ਤੋਂ ਬਾਅਦ ਵਾਲੇ ਪੇਪਰਾਂ ਦੇ ਡੀਪਲੀ ਦੱਸਣ ਲੱਗੇ ਸੀ। ਤਾਂ ਇਹਦੇ ਨਾਲ ਜਿਹੜਾ ਤੁਹਾਡਾ 2011 ਦਾ ਪੇਪਰ ਵੀ ਕੰਪਲੀਟ ਹੋ ਗਿਆ। ਤਾਂ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਲੈਕਚਰ ਹੈ ਇਹ ਬਹੁਤ ਵਧੀਆ ਲੱਗਿਆ ਹੋਊਗਾ, ਸਮਝ ਲੱਗਿਆ ਹੋਊਗਾ, ਤਾਂ ਤੁਸੀਂ ਇਸ ਦਾ ਜ਼ਰੂਰ ਬੈਨੀਫਿਟ ਲਓਗੇ। ਤਾਂ ਅੱਜ ਲਈ ਬਸ ਇੰਨਾ ਲੈਕਚਰ ਹੀ। ਧੰਨਵਾਦ।